विक्रम मजीठिया का केस होया, उस तो बाद नवजोत सिद्धू वाला केस होया। सो पहला प्रोग्राम आपां ये दोए दिग्गजां तो ही शुरू कर लैने आ। जी जी जी। दोए इलैक्शन च भी आमो सामने सीगे ते हुण अदालत च भी दोए जाने जा रहे हैं इलैक्शन तो एकदम बाद। ਜਿਹੜੇ ਹੁਣ ਤੱਕ ਸਾਰੇ ਪੰਜਾਬ ਦੇ ਵਿੱਚ ਵੋਟਾਂ ਚੱਲੀ ਜਾਂਦੀਆਂ ਸੀ, ਉਹ ਕਿਧਰੇ ਅੱਜ ਖਬਰੇ ਨਹੀਂ। ਤਕਰੀਬਨ 3 ਸਾਲ ਦੇ ਲਗਭਗ ਉਹਨਾਂ ਦੀਆਂ ਰਿਪੋਰਟਾਂ 18 ਤੋਂ ਹਾਈ ਕੋਰਟ ਦੇ ਵਿੱਚ ਬੰਦ ਲਿਫਾਫਾ ਸੀਲ ਬੰਦ ਪਈਆਂ ਰਹੀਆਂ, ਭਾਵ ਧੂਫ ਦੇ ਕੇ ਰੱਖਤੀਆਂ, ਉਹਨਾਂ ਨੂੰ ਖੁਲਾਉਣ ਦਾ ਯਤਨ ਹੀ ਨਹੀਂ ਕੀਤਾ। 24 ਤਰੀਕ ਨੂੰ ਮਜੀਠੀਆ ਸਾਹਿਬ ਉੱਥੇ ਜਾ ਕੇ ਪੇਸ਼ ਹੋ ਗਏ। 24 ਤਰੀਕ ਨੂੰ ਪਹਿਲਾਂ ਉਹਨਾਂ ਨੂੰ ਸੰਗਰੂਰ ਜੇਲ੍ਹ 'ਚ ਭੇਜਤਾ ਨਿਆਂਇਕ ਹਿਰਾਸਤ ਅਧੀਨ, ਕਿਉਂਕਿ ਪੰਜਾਬ ਦੇ ਜਿਹੜੇ ਵੋਟਾਂ ਪੈ ਗਈਆਂ। ਵੋਟਾਂ ਤੋਂ ਬਾਅਦ ਅਜੇ ਤੱਕ ਇਹ ਨਹੀਂ ਪਤਾ ਵੀ ਸਰਕਾਰ ਬਣਨੀ ਕੀ ਨਹੀਂ ਹੈ। ਤੇ ਸਪੈਸ਼ਲ ਜਿਹੜੀ ਜਾਂਚ ਟੀਮ ਹੈ ਸਿੱਟ, ਜਿਹਦੀ ਅਗਵਾਈ AIG ਬਲਰਾਜ ਸਿੰਘ ਕਰਦੇ ਨੇ, ਉਹਨਾਂ ਨੇ ਆਖਿਆ ਪਤਾ ਨਹੀਂ 10 ਤਰੀਕ ਨੂੰ ਫੁੱਫੜ ਕਿਹੜਾ ਬਣ ਜਾਣਾ ਹੈਗਾ, ਇਸ ਕਰਕੇ ਆਪਾਂ ਪੰਗੇ ਹੀ ਨਾ ਲਈਏ। ਉਹਨਾਂ ਨੇ ਕੋਈ ਰਿਮਾਂਡ ਦੀ ਗੱਲ ਨਹੀਂ ਕੀਤੀ ਤੇ ਮਾਣਯੋਗ ਅਦਾਲਤ ਕਰਦੀ ਕੀ, ਉਹਨਾਂ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ 'ਚ 8 ਮਾਰਚ ਤੱਕ ਭੇਜਿਆ। ਸਾਰੇ ਪੰਜਾਬ ਦੇ ਵਿੱਚ ਇੱਕੋ ਹੀ ਆਵਾਜ਼ ਆ ਰਹੀ ਹੈ, ਜੇ ਲੋਕਾਂ ਨੂੰ ਦੇਖਿਆ ਜਾਵੇ ਕਿ ਫਲਾਨਾ 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 ਕੋਈ ਵੀ ਹੋਵੇ ਉਹ ਕਿ ਬਦਲ ਕਰਤਾ ਜੀ ਅਸੀਂ ਤਾਂ ਐਕਟ ਹੀ। ਜਦੋਂ ਜਾ ਕੇ ਅਸੀਂ ਹੇਠਲੇ ਪੱਧਰ ਦੇ ਉੱਤੇ ਅੰਕੜਿਆਂ ਤੇ ਜਾਂਦੇ ਹਾਂ ਤਾਂ ਜਿਹੜੀ ਮੈਨੇਜਮੈਂਟ ਇੱਥੇ ਕੀਤੀ ਗਈ ਇਹਨਾਂ ਵੱਲੋਂ ਭਾਵੇਂ ਨਸ਼ੇ ਦੀ ਹੋਈ, ਪੈਸਿਆਂ ਦੀ ਹੋਈ, ਫਿਰ ਜਾ ਕੇ ਸ਼ੱਕ ਪੈਦਾ ਹੁੰਦਾ ਕਿ ਯਾਰ ਇਹ ਸ਼ਾਇਦ ਅੰਕੜੇ ਜਿਹੜੇ ਚੱਲ ਰਹੇ ਨੇ ਇਹ ਨਾ ਵੀ ਹੋਣ। ਲੋਕ ਕਹਿੰਦੇ ਨੇ ਕਿ ਇੱਕ ਪਾਰਟੀ ਜਿਹੜੀ ਦਿੱਲੀ ਤੋਂ ਚੱਲ ਕੇ ਆਈ ਸੀ ਉਹ 70-75 ਸੀਟਾਂ ਲਿਜਾ ਸਕਦੀ ਹੈ। ਉਹਨਾਂ ਦੇ ਆਪਣੇ ਆਗੂ ਕਹਿੰਦੇ ਨੇ ਕਿ ਸਾਨੂੰ 60-62 ਤੱਕ ਅਸੀਂ ਜਾ ਸਕਦੇ ਹਾਂ, ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ। ਪਰ 5 ਕੋਨੇ ਮੁਕਾਬਲੇ ਐਕਟੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ, ਜਿਹਦੇ ਕਰਕੇ ਜਿਹੜੇ ਸਿਆਸੀ ਪੰਡਤ ਨੇ ਉਹ ਵੀ ਕੋਈ ਠੋਸ ਅੰਦਾਜ਼ਾ ਨਹੀਂ ਲਾ ਸਕੇ ਕਿ ਹੋਇਆ ਤਾਂ ਕੀ ਹੋਇਆ। ਬਹੁਤ ਗਿਣਤੀ ਲੋਕ ਇਹ ਗੱਲ ਕਹਿ ਰਹੇ ਹੈ ਕਿ ਕਿਸੇ ਇੱਕ ਨੂੰ ਬਹੁਮਤ ਸ਼ਾਇਦ ਨਾ ਮਿਲੇ, ਜਿਸ ਕਰਕੇ ਗੱਠਜੋੜ ਹੋਣਗੇ। ਲੋਕਾਂ 'ਚ ਇਹ ਵੀ ਚਰਚਾ ਹੈ ਕਿ ਜਿਹੜੀ ਪਾਰਟੀ ਦਾ ਨਾਂ ਲੈਂਦੇ ਨੇ ਦਿੱਲੀ ਵਾਲੀ ਦਾ, ਉਹਦੇ 63-64 ਬੰਦੇ ਉਹਨਾਂ ਨੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਖੜੇ ਕੀਤੇ ਆ। ਉਹ BJP ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅਕਾਲੀ ਦਲ ਦੇ ਵੀ ਹੈ ਤੇ ਹੋਰਨਾਂ ਦੇ ਵੀ ਹੈ। ਜੇ ਸੀਟਾਂ ਘਟ ਜਾਣ ਤਾਂ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੈਂਦੀ ਭਾ ਮਿੱਤਰਾ ਜੀ, ਤਾਂ ਇੱਥੇ ਰੋਂਦੇ ਚਿਹਰੇ ਨਹੀਂ ਮਿਲਦੇ, ਹੱਸਣ ਦੀ ਆਦਤ ਪਾ ਸੱਜਣਾ। ਉਹ ਵਿਚਾਰ ਹੋ ਰਿਹਾ ਵੀ ਜੇ 5-4 ਸੀਟਾਂ ਘਟ ਗਈਆਂ ਤਾਂ ਧਨੌਲੇ ਦੀ ਮੰਡੀ 'ਚ ਜਾਣਾ ਹੈ, ਮੁਕਤਸਰ ਦੀ ਮੰਡੀ 'ਚ ਜਾਣਾ ਹੈ, ਜਾਂ ਬਠਿੰਡੇ ਦੀ ਮੰਡੀ 'ਚ ਜਾਣਾ ਹੈ, ਜਾਂ ਮਤਲਬ ਪਟਿਆਲੇ ਦੀ ਮੰਡੀ 'ਚ ਜਾਂ ਅੰਮ੍ਰਿਤਸਰ ਦੀ ਮੰਡੀ 'ਚੋਂ ਮਾਲ ਖਰੀਦ ਕੇ ਲਿਆਉਣਾ। ਉਹਦੇ ਤੇ ਮੰਥਨ ਕੀਤਾ ਗਿਆ ਹੈ। ਪਿੰਡ ਦਾ ਨਾਂ ਹੈ ਜੀ ਕਾਲ ਝਰਾਣੀ, ਜਿੱਥੇ ਦੀ ਪੰਚਾਇਤ ਨੇ ਸਿੱਧਮ ਸਿੱਧਾ ਨਸ਼ੇ ਦੇ ਸੌਦਾਗਰਾਂ ਨੂੰ ਲਪੇਟੇ 'ਚ ਲਿਆ। ਸਿੱਧੀ ਚੁਣੌਤੀ ਦਿੱਤੀ ਹੈ ਕਿ ਭਾਈ ਜੇ ਕੋਈ ਨਸ਼ੇ ਦਾ ਸੌਦਾਗਰ ਪਿੰਡ 'ਚ ਵੜਿਆ ਤਾਂ ਉਹਦੀਆਂ ਲੱਤਾਂ ਤੋੜ ਦਿਆਂਗੇ। ਇਹ ਪੰਜਾਬੀਆਂ ਵਾਲੀ ਗੱਲ ਕੀਤੀ ਹੈ ਜੀ। ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਵੋਟਾਂ ਤੋਂ ਅਗਲੇ ਦਿਨ ਇੱਕ ਫੈਸਲਾ ਕਰ ਲਿਆ ਕਿ ਜੇ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਵੜੇ ਨਾ, ਉਹਨਾਂ ਨੇ ਲਿਖ ਕੇ ਵੀ ਲਾਤਾ ਆਸੇ-ਪਾਸੇ ਪਿੰਡ ਦੇ ਵੀ ਜੇ ਵੜਦਾ ਨਜ਼ਰ ਆ ਗਿਆ ਤਾਂ ਅਸੀਂ ਉਹਦੀਆਂ ਲੱਤਾਂ ਤੋੜ ਦਿਆਂਗੇ। ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਉਹਦੇ ਤੇ ਨਿਰਭਰ ਕਰਦਾ ਹੈ। ਅਸਲ ਦੇ ਵਿੱਚ ਜਿਹੜੇ ਸਿਆਸੀ ਲੋਕ ਹੈ ਉਹ 9 ਪਾਈ ਬੈਠੇ ਨੇ। ਉਹ ਜਨਤਾ ਨੂੰ ਕਹਿੰਦੇ ਨੇ ਉਹ ਭਾਈ ਮਿੱਤਰੋ ਆਹ 9 ਹੈ ਅੱਜ, ਉਹ ਕਹਿੰਦੇ 6 ਹੈ। ਜਦੋਂ ਤੱਕ 6 ਤੇ 9 ਦਾ ਅੰਤਰ ਨਹੀਂ ਮਿਟਦਾ ਉਦੋਂ ਤੱਕ ਇਹ ਸਾਰੀਆਂ ਸਮੱਸਿਆਵਾਂ ਇਸੇ ਤਰ੍ਹਾਂ ਰਹਿੰਦੀਆਂ। ਕੀ ਮਾਮਲਾ ਹੈ ਇਸ ਹਫ਼ਤੇ ਦਾ ਜਿਹਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਚੁੱਕੀਆਂ ਨੇ? ਅਰਵਿੰਦਰ ਜੀ, ਵੇਲੇ ਦੇ ਰਾਹ ਕਬੇਲੇ ਦੀਆਂ ਟੱਕਰਾਂ, ਜਦੋਂ ਸਾਰਾ ਕੁਝ ਗਵਾਲਿਆ ਹੁਣ ਇਹ ਚੱਲੇ ਨੇ। 10 ਤਰੀਕ ਨੂੰ ਸਰਕਾਰ ਕਿਹਦੀ ਬੰਨੀ ਆ ਮੈਨੂੰ ਪਤਾ ਨਹੀਂ, ਪਰ ਜਿਹੜਾ ਇਹ ਇਸ਼ੂ ਭਾਖੜਾ ਵਾਲਾ ਉੱਠ ਖੜਿਆ ਇਹ ਬਹੁਤ ਵੱਡਾ ਇਸ਼ੂ ਆ। ਇਹਦੇ ਤੇ ਸਾਡੇ ਲੋਕ ਸੰਜੀਦਾ ਨਹੀਂ ਰਹੇ। ਖਬਰ ਤੋੜ ਦੇਖ ਰਹੇ ਸਾਰੇ ਦਰਸ਼ਕਾਂ ਦਾ D5 ਚੈਨਲ ਪੰਜਾਬੀ ਦੇ ਪਰਿਵਾਰ ਵੱਲੋਂ ਬਹੁਤ ਨਿੱਘਾ ਸਵਾਗਤ ਹੈ ਜੀ। ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਜਿਹੜੀਆਂ ਇੱਕ ਹਫ਼ਤੇ ਦੇ ਵਿੱਚ ਵਾਪਰ ਚੁੱਕੀਆਂ ਨੇ ਉਹਨਾਂ ਤੇ ਚਰਚਾ ਕਰਾਂਗੇ। ਤੇ ਉਸ ਚਰਚਾ ਲਈ ਸਟੂਡੀਓ 'ਚ ਇਸ ਵੇਲੇ ਨੇ ਸਾਡੇ ਸੀਨੀਅਰ ਪੰਜਾਬ ਦੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ, ਇਸ ਹਫ਼ਤੇ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ। ਜਿੱਦਾਂ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਦੱਸਿਆ ਸੀ
कि विक्रम मजीठिया का केस होया, हाँ जी, उस तो बाद नवजोत सिद्धू वाला केस होया। सो पहला प्रोग्राम आपां ये दोए दिग्गजां तो ही शुरू कर लैने आ। जी जी जी, दोए इलैक्शन च भी आमो सामने सीगे ते हुण अदालत च भी दोए जाने जा रहे ने इलैक्शन तो एकदम बाद। जी जी जी। देखो जिहड़ा सरदार बिक्रम सिंह मजीठिया वाला केस है, ये मौजूदा सरकार ने उन्हां ते एक परचा दर्ज किया मोहाली दी स्पैशल जिहड़ा थाना हैगा जिथे NDPS के केस दर्ज होंदे आ। धारा लाई है उन्होंने NDPS नशीले पदार्थों की रोकथाम लई बने कानून की धारा 25, 27A, 29 वगैरह। ये होंदा कि नशीले पदार्थों के लिए मामले दे विच किसी नूं पनाह देनी। जिस वेले 2017 दे विच कैप्टन अमरिंदर सिंह सत्ता च आउंदे आ, उस तो पहला वो बठिंडे दे विच जिहड़ा परल ग्राउंड है उहदे च एक रैली करदे आ बहुत वड्डी, और गुटका साहब हत्थ च फड़ के तख्त श्री दमदमा साहिब तलवंडी साबो वाले पासे मूँह करके कहते हैं कि मैं 4 हफ्तिਆਂ ਦੇ ਵਿੱਚ नशा बंद कर देंगा। वो 4 हफ्ते तो एक पासे छड्डो, 4.5 साल लंघ गए, ज्यों दी त्यों रहा। हाई कोर्ट के आधारित 2 कमेटियां बनियां, एक साबका DGP सिद्धार्थ चट्टोपाध्याय की अगवाई विच, दूजी वधीक DGP सरदार हरप्रीत सिंह सिद्धू की अगवाई च। तकरीबन 3 साल के लगभग उन्हां दीयां रिपोर्टां 18 तो हाई कोर्ट दे विच बंद लिफाफा सील बंद पईयां रहियां, भाव धूफ दे के रखतियां, उन्हां नूं खुलाउण दा यतन ही नहीं कीता। बाद दे विच पिछले साल जदों हाई कोर्ट दे विच सुनवाई होई तां मानयोग हाई कोर्ट ने कहा कि तुहाडीआं रिपोर्टां ने तुहाडे अधिकारियों वालों दित्तियां ने, तुहानूं इहदे ते कार्रवाई करन तो रोकिया की नहीं है। तो कैप्टन साहब कहते सी ये तो जी उत्थे पेंडिंग पईयां सी, किहदे आधार ते इन्हां ने कार्रवाई करती, बल्कि हाई कोर्ट ने इन्हां दी झाड़ चंब कीती कि जदों तुहाडीआं रिपोर्टां तुहाडे अधिकारियों ने दित्तियां ने, तुहानूं अगली कार्रवाई करनी चाहिदी सी। ते पंजाब प्रदेश कांग्रेस का प्रधान नवजोत सिंह सिद्धू सदा ही कही जाता सी कि ये तो करते नहीं सी, कुछ नहीं सी करते। मैं चट्टोपाध्याय साहब नूं लवाया तो फिर जाके किते उहदे बयान ने भट्ठा बहाया हाई कोर्ट ते सुप्रीम कोर्ट दे विच। विक्रम सिंह मजीठीए नूं जिहड़ी वक्ती तौर पर राहत मिली, उहदे नाल उन्हां ने वो सारे बयान जोड़ते। देखो जी, असीं जिहड़ी गल कहिंदे सी कि ये तां सियासी कड़ां कड्ढण वास्ते है, जे वो शब्दावली ना वरतदे, ये कह दिंदे कि जी जांच टीम जांच कर रही है, उन्होंने जो फाइंडिंग लभियां उहदे आधार पर केस दर्ज होया हैगा, वो उन्होंने उदों वक्ती राहत मिल गई। हुण जदों दोबारा मानयोग सुप्रीम कोर्ट ने कहा कि 23 फरवरी नूं तुसीं जिहड़ी अदालत दे विच केस चलदा है, आम तौर पर अरविंदर जी ये विशेष सैशन जज दीयां अदालतां हुंदियां ने, रूटीन दे विच विशेष सैशन जज ने, जिवें NDPS होया, कई होर CBI का होया, उत्थे आके उन्होंने विशेष दर्ज अदालत का दर्जा प्राप्त होंदा है। हुण जिहड़ी ये वधीक सैशन जज साहब की मोहाली की अदालत है, आम तौर पर वधीक सैशन जज ने, पर नशीले पदार्थों के केस दे विच स्पैशल जज ने। वो कहते भी जिथे थोड़ा स्पैशल जज की अदालत दे विच ये केस चलता है, उत्थे जाओ तो जाके अपने आप को पेश करो। 23 तक सी, 24 तरीक नूं मजीठिया साहब उत्थे जाके पेश हो गए। 24 तरीक नूं पहला उन्होंने संगरूर जेल च भेजता न्यायिक हिरासत अधीन, क्योंकि पंजाब के जिहड़े वोटां पै गईयां, वोटां तो बाद अजे तक ये नहीं पता भी सरकार बननी की नहीं है। तो स्पैशल जिहड़ी जांच टीम है सिट, जिहदी अगवाई AIG बलराज सिंह करते हैं, उन्होंने आख्या पता नहीं 10 तरीक नूं फुੱਫੜ किहड़ा बन जाना हैगा, इस करके आपां पंगे ही ना लईए। उन्होंने कोई रिमांड की गल नहीं की, तो मानयोग अदालत करदी की, उन्होंने उन्होंने न्यायिक हिरासत 8 मार्च तक भेजता। पहला संगरूर भेजा गया, संगरूर तो बाद वो कहते भी इत्थे BVIP प्रबंध नहीं, जेलों च भी BVIP है, उन्होंने उत्थों पटियाले की जेल दे विच घल दिता गया। ये उही जेल है जिहदे विच सुखपाल सिंह कहरा ते कदे बादल प्यो पुत कुछ दिन इसे हाते दे विच रहे सन जी। कई होर पुलिस अधिकारी भी, चर्चित पुलिस अधिकारी भी इत्थे रहे सन। वो ये मामला हुण विक्रम सिंह मजीठिया नूं मिलण वास्ते, क्योंकि अकाली दल वालिਆਂ ने जदों बादल साहब ते
ਸੁਖਵੀਰ ਸਿੰਘ ਹੋਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅੰਦਰ ਕੀਤਾ ਸੀ ਤਾਂ ਉਦੋਂ ਵੀ ਇਹਨਾਂ ਨੇ ਬੜਾ ਸ਼ੋਰ ਸ਼ਰਾਬਾ ਬਾਹਰਲੇ ਪਾਸੇ ਕੀਤਾ ਸੀ ਕਿ ਸਾਡੇ ਨਾਲ ਸਿਆਸੀ ਕਿਹੜਾਂ ਕੱਢੀਆਂ ਜਾ ਰਹੀਆਂ ਨੇ। ਪਰ ਮਾਣਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸੀਨੀਅਰ ਵਕੀਲ ਸਰਦਾਰ ਨਵਕਰਨ ਸਿੰਘ, ਜਿਨ੍ਹਾਂ ਦਾ ਕਾਫੀ ਵਾਹ ਵਾਸਤਾ ਇਸ ਕੇਸ ਦੇ ਨਾਲ, ਉਹ ਕਹਿੰਦੇ ਵੀ ਇਹ ਸਾਰਾ ਡਾਟਾ ਆਧਾਰਿਤ ਹੈ, ਤੱਥਾਂ ਦੇ ਆਧਾਰਿਤ ਹੈ। ਵਿਕਰਮ ਸਿੰਘ ਮਜੀਠੀਆ ਜਿਹੜੇ ਬੰਦੇ ਇਸ ਕੇਸ ਦੇ ਵਿੱਚ ਇਨਵੋਲਵ ਸੀ, ਜਗਦੀਸ਼ ਭੋਲੇ ਦੇ ਨਾਂ ਲੈਣ ਤੋਂ ਬਾਅਦ ਉਹ ਜਿਹੜਾ ਪਿੰਦਾ ਸੀਗਾ ਜਾਂ ਦੂਜਾ ਵੀ ਜਿਹੜਾ ਵਿਅਕਤੀ ਸੀਗਾ, ਉਹਨਾਂ ਦੀ ਮਜੀਠੀਆ ਸਾਹਿਬ ਨਾਲ ਬਹੁਤ ਨੇੜਤਾ ਸੀ। ਉਹਨਾਂ ਦੇ ਵਿਆਹ 'ਚ ਵੀ ਗਏ, ਉਹਨਾਂ ਦੇ ਘਰ 'ਚ ਵੀ ਰਹੇ, ਉਹਨਾਂ ਦੀਆਂ ਕਾਰਾਂ ਵੀ ਵਰਤੀਆਂ, ਉਹਨਾਂ ਦੇ ਕਮਾਂਡੋ ਵੀ ਵਰਤੇ, ਇੱਥੋਂ ਤੱਕ ਕਿ ਕੁਝ ਲੈਣ ਦੇਣ ਵੀ ਬੈਂਕਾਂ ਦੇ ਵਿੱਚ ਰਿਕਾਰਡ 'ਤੇ ਹੈ। ਤੇ ਫਿਰ ਜੇ ਸਾਰਾ ਕੁਝ ਹੈ, ਫਿਰ ਅਕਾਲੀ ਦਲ ਵੱਲੋਂ ਇਹ ਦੋਸ਼ ਲਾਉਣਾ ਕਿ ਸਾਡੇ ਨਾਲ ਤਾਂ ਸਿਆਸੀ ਕੱਢੀ ਜਾ ਰਹੀ ਹੈ, ਇਹ ਗੱਲ ਤਾਂ 2008-9 ਦੀ ਹੈ। ਉਦੋਂ ਤੋਂ ਲੈ ਕੇ 17 ਤੱਕ ਸਰਕਾਰ ਤੁਹਾਡੀ ਰਹੀ, ਇਹਨੂੰ ਕਿਸੇ ਪਾਸੇ ਲਾ ਜਾਂਦੇ, ਇਹਦੇ ਤੇ ਕੋਈ ਨਾ ਕੋਈ ਕਿਸੇ ਪਾਸੇ ਇਹਨੂੰ ਲਾਇਆ ਨਹੀਂ, ਵਿੱਚ ਵਿਚਾਲੇ ਤੁਰਿਆ ਫਿਰਦਾ ਰਿਹਾ। ਤੇ ਹੁਣ ਉਹ ਨਿਆਇਕ ਹਿਰਾਸਤ ਅਧੀਨ ਪਟਿਆਲਾ ਦੀ ਜੇਲ੍ਹ, ਕੇਂਦਰੀ ਜੇਲ੍ਹ ਦੇ ਵਿੱਚ ਨੇ, ਜਿੱਥੇ ਉਹਨਾਂ ਨੇ ਕੱਲ ਅੰਦਰਲੇ ਪਾਸੋਂ ਜੇਲ੍ਹ ਸੁਪਰਡੈਂਟ ਰਾਹੀਂ ਕਹਿਤਾ ਕਿ ਮੈਨੂੰ ਕੋਈ ਮਿਲਣ ਨਾ ਆਵੇ। ਇੱਥੋਂ ਤੱਕ ਕਿ ਸਤਿਆਜੀਤ ਸਿੰਘ, ਉਹਨਾਂ ਦਾ ਪੁੱਤਰ ਵੀ ਮਿਲਣ ਆਇਆ ਸੀ, ਜਿਹੜਾ ਉਹਨੂੰ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਜੇਲ੍ਹ ਦੇ ਕਈ ਨਿਯਮਾਂ ਦਾ ਜੇਲ੍ਹ ਸੁਪਰਡੈਂਟ ਸਾਹਿਬ ਨੇ ਹਵਾਲਾ ਦਿੱਤਾ ਜੀ। ਇੱਕ ਸਰਜੀਤ ਸਿੰਘ ਰਖੜਾ, ਜਿਹੜੇ ਸਾਬਕਾ ਮੰਤਰੀ ਨੇ ਤੇ ਜ਼ਿਲ੍ਹੇ ਦੇ ਪ੍ਰਧਾਨ ਨੇ, ਉਹ ਜ਼ਰੂਰ ਕੱਪੜੇ ਤੇ ਬਿਸਤਰਾ ਦੇਣ ਦੇ ਬਹਾਨੇ ਮਜੀਠੀਆ ਸਾਹਿਬ ਨੂੰ ਮਿਲ ਕੇ ਆਏ ਨੇ ਜੀ। ਦੂਜੇ ਪਾਸੇ ਆ ਗਿਆ ਹੁਣ ਨਵਜੋਤ ਸਿੱਧੂ ਦੀ ਗੱਲ ਹੈ ਜੀ। ਮਾਮਲਾ ਉਹ ਵੀ 1988 ਦਾ ਹੈ। ਸੜਕ ਦੇ ਉੱਤੇ ਇੱਕ ਝਗੜਾ ਹੋਇਆ, ਉਹ ਝਗੜੇ ਦੇ ਵਿੱਚ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਤੇ ਅਕਾਲੀ ਦਲ ਦੋਹਾਂ ਦੀ ਭੇਂਟ ਚੜਿਆ। ਲੋਕਲ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਉਹਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਉਹ ਚਲੇ ਗਏ। ਹਾਈ ਕੋਰਟ ਨੇ ਉਹਨੂੰ ਇਹ ਮੰਨ ਕੇ ਕਿ ਹਾਂ ਇਰਾਦਤਨ ਕਤਲ ਹੈ, ਉਹਨੂੰ ਸਜ਼ਾ ਸੁਣਾਤੀ। ਉਹ ਸਜ਼ਾ ਦੇ ਚੁਣੌਤੀ ਦੇਣ ਵਾਸਤੇ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਪਹੁੰਚੇ। ਸੁਪਰੀਮ ਕੋਰਟ ਨੇ ਮੰਨ ਲਿਆ ਵੀ ਇਹ ਅਚਾਨਕ ਝਗੜਾ ਹੋਇਆ ਤੇ ਜਿਹੜੀ ਉਹਦੀ ਮੌਤ ਹੋਈ ਹੈ ਗੁਰਨਾਮ ਸਿੰਘ ਦੀ ਘਲੌੜੀ ਵਾਲੇ ਦੀ, ਉਹ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਇਸ ਕਰਕੇ ਇਹਨੂੰ ਇਰਾਦਤਨ ਕਤਲ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਫਿਰ ਇਹ ਸਿੰਪਲ ਜਿਹੜਾ ਝਗੜਾ ਹੁੰਦਾ ਨਾ 323 ਹੋਈ ਲੱਗਦੀ ਹੁੰਦੀ ਹੈ, ਕਿਸੇ ਦੇ ਨਾਲ ਮਾੜੀ ਮੋਟੀ ਕੁੱਟਮਾਰ ਹੋ ਗਈ, ਕੋਈ ਜ਼ਖਮੀ ਨਾ ਹੋਵੇ। ਜੇ ਤਾਂ ਜ਼ਖਮੀ ਹੋ ਜਾਵੇ, ਜ਼ਖਮੀਆਂ ਦੇ ਵਿੱਚ ਵੀ ਇਹ ਹੁੰਦਾ ਕਿ ਜੇ ਤਿੱਖੇ ਕਿਸੇ ਹਥਿਆਰ ਨਾਲ ਹੱਡੀ ਟੁੱਟ ਜੇ 326 ਬਣਦੀ ਹੈ, ਜੇ ਰੂਟੀਨ ਨਾਲ ਟੁੱਟ ਜੇ ਕਿਸੇ ਡਾਂਗ ਸੋਟੇ ਨਾਲ ਤਾਂ 325 ਬਣਦੀ ਹੈ। ਉਹ ਮਤਲਬ ਗੈਰ ਜ਼ਮਾਨਤਯੋਗ ਨੇ। ਪਰ ਇਹ 323 ਦਾ ਮਾਮਲਾ ਰਹਿ ਜਾਂਦਾ, ਉਹਨਾਂ ਨੇ ਇਹਨੂੰ ਜੁਰਮਾਨਾ ਕੀਤਾ ਤੇ ਸਜ਼ਾ ਜਿਹੜੀ ਹਾਈ ਕੋਰਟ ਨੇ ਕੀਤੀ ਸੀ ਉਹਦੇ ਤੋਂ ਬਹਾਲ ਕਰਤਾ। ਹੁਣ ਜਦੋਂ ਦੁਬਾਰਾ ਨਵਜੋਤ ਸਿੰਘ ਸਿੱਧੂ, ਚਰਚਾ ਇਹ ਹੈ ਕਿ ਉਹਨਾਂ ਨੇ ਪਟਿਆਲੇ ਦੇ ਰਾਜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ। ਚਰਚਾਵਾਂ ਕਈ ਚੱਲਦੀਆਂ ਨੇ ਕਿ ਇੱਥੇ ਸਿਆਸੀ ਧਿਰਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਿਵਿਊ ਪਟੀਸ਼ਨ ਪਾ ਦਿਓ, ਉਹਨਾਂ ਨੇ ਰਿਵਿਊ ਪਾਤੀ। ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕਹਿਤਾ ਕਿ ਜਦੋਂ ਪਹਿਲਾਂ ਤੁਸੀਂ ਫੈਸਲਾ ਕਰ ਚੁੱਕੇ ਹੋ, ਉਦੋਂ ਇਹੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਉਹਦੇ ਨਾਲ ਕੋਈ ਮਤਲਬ ਦੁਸ਼ਮਣੀ ਨਹੀਂ, ਕੋਈ ਜਾਣਦਾ ਤੱਕ ਵੀ ਨਹੀਂ ਸੀ ਇੱਕ ਦੂਜੇ ਨੂੰ। ਇਹ ਅਚਨਚੇਤ ਵਾਪਰਿਆ, ਕੋਈ ਧੱਕਾ ਮੁੱਕੀ ਹੋਈ ਹੈ ਜਾਂ ਧੱਕਾ ਕੁਝ ਵੀ ਹੋਇਆ, ਉਹਦੇ 'ਚ ਉਹਦਾ ਇਰਾਦਾ ਕਤਲ ਕਰਨ ਦਾ ਇਰਾਦਾ ਨਹੀਂ ਲੱਗਦਾ, ਜਿਹਦੇ ਕਰਕੇ ਇਹਨੂੰ ਗੈਰ ਇਰਾਦਤਨ ਮੰਨ ਕੇ ਉਹਨਾਂ ਨੇ ਇਹਨੂੰ ਜੁਰਮਾਨਾ ਲਾਤਾ ਸੀ ਥੋੜ੍ਹਾ ਜਿਹਾ ਤੇ ਬਰੀ ਕਰ ਦਿੱਤਾ ਗਿਆ ਸੀ। ਹੁਣ ਨਵਜੋਤ ਸਿੰਘ ਸਿੱਧੂ ਤੋਂ ਵੀ 2 ਹਫ਼ਤਿਆਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਜਵਾਬ ਮੰਗਿਆ। ਸਿੱਧੂ ਸਾਹਿਬ ਨੇ ਵੀ ਉੱਥੇ ਆਪਣਾ ਜਿਹੜਾ ਐਫੀਡੈਵਿਟ ਫਾਈਲ ਕੀਤਾ, ਉਹ ਇਹੀ ਕਿਹਾ ਕਿ ਜੀ ਇਹ ਜਦੋਂ ਇੰਨੇ 30 ਸਾਲ ਤੋਂ ਵੱਧ ਸਮਾਂ ਵਾਪਰ ਚੁੱਕਿਆ ਇਹਨੂੰ, ਤੇ ਹੁਣ ਇਹਨੂੰ ਕਿਸੇ ਪਾਸੇ ਲਾਓ। ਜੇ ਇਹਦੇ ਵਿੱਚ ਮਾਨਯੋਗ ਅਦਾਲਤ ਨੇ ਕੋਈ ਸਜ਼ਾ ਦੇਣੀ ਸੀ, 3 ਸਾਲ ਸ਼ਾਇਦ ਕੀਤੀ ਸੀ, ਉਹਦਾ ਹੁਣ ਤੱਕ ਭੁਗਤ ਵੀ ਲੈਂਦਾ, ਨਿਬੜ ਵੀ ਜਾਂਦੀ। ਸੋ ਅਗਲੀ ਤਰੀਕ ਜਿਹੜੀ ਮੈਨੂੰ ਪਤਾ ਲੱਗੀ ਉਹ 11 ਮਾਰਚ ਹੈ। 11 ਮਾਰਚ ਨੂੰ ਅਦਾਲਤ ਜਿਹੜੀ ਹੈ ਦੁਬਾਰਾ ਜੁੜੇਗੀ। ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇਣਾ, ਉਹਨੂੰ ਗਾਹਾਂ ਸੁਣਵਾਈ ਅਧੀਨ ਅਦਾਲਤ ਸੁਪਰੀਮ ਕੋਰਟ ਮੰਨਦੀ ਹੈ ਨਹੀਂ ਮੰਨਦੀ, ਜਾਂ ਜਿਹੜਾ ਪਹਿਲਾ ਫੈਸਲਾ ਹੋਇਆ ਵਾ ਸੁਪਰੀਮ ਕੋਰਟ ਦਾ ਉਹ ਉਸੇ ਤੇ ਖੜੀ ਰਹਿੰਦੀ ਹੈ। ਇਹ ਹੁਣ 11 ਮਾਰਚ ਨੂੰ ਪਤਾ ਲੱਗੇਗਾ। ਤੇ ਢਿੱਲੋਂ ਸਾਹਿਬ, ਇਸੇ ਹਫਤੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਨੇ। ਉਹਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਛੇੜ ਲਈਏ, ਕਿਉਂਕਿ ਕਈ ਤਰ੍ਹਾਂ ਦੀਆਂ ਸਿਆਸੀ ਕਿਆਸਰਾਈਆਂ ਲੱਗ ਰਹੀਆਂ ਨੇ। ਸਿਆਸੀ ਪੰਡਿਤ ਬਹੁਤ ਕੁਝ ਬੋਲ ਰਹੇ ਨੇ।
ਹਾਲਾਂਕਿ ਦੂਜੀਆਂ ਸਟੇਟਸ ਦੇ ਵਿੱਚ, ਦੂਜੇ ਰਾਜਾਂ ਦੇ ਵਿੱਚ ਕਿਤੇ ਪੰਜਵੇਂ ਦਾ ਕਿਤੇ ਚੌਥੇ ਗੇੜ ਦੀਆਂ ਇਲੈਕਸ਼ਨਾਂ ਹਜੇ ਚੱਲ ਰਹੀਆਂ ਨੇ। ਬਿਲਕੁਲ ਜੀ, ਇਹ ਚੋਣਾਂ 7 ਮਾਰਚ ਤੱਕ ਚੱਲਣੀਆਂ ਨੇ। ਸਭ ਤੋਂ ਜ਼ਿਆਦਾ 7 ਗੇੜਾਂ ਦੇ ਵਿੱਚ ਇਹ ਪਵਾਈਆਂ ਗਈਆਂ ਉੱਤਰ ਪ੍ਰਦੇਸ਼ ਦੇ ਵਿੱਚ। ਉੱਥੇ ਅੱਜ 5ਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ। ਮਣੀਪੁਰ 2 ਗੇੜ ਨੇ, ਇੱਕ ਅੱਜ ਪੈ ਰਹੀਆਂ ਨੇ, ਦੂਜੀਆਂ ਸ਼ਾਇਦ ਉੱਥੇ 7 ਮਾਰਚ ਨੂੰ ਯੂਪੀ ਦੇ ਨਾਲ ਹੀ ਪੈਣੀਆਂ ਨੇ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਮੁਕੰਮਲ ਹੋ ਗਈਆਂ। ਗੋਆ ਤੇ ਉੱਤਰਾਖੰਡ ਉੱਥੇ ਪਹਿਲੇ ਗੇੜ ਦੇ ਵਿੱਚ ਹੀ 14 ਫਰਵਰੀ ਨੂੰ ਵੋਟਾਂ ਪੈ ਚੁੱਕੀਆਂ ਨੇ। ਪੰਜਾਬ ਦੇ ਵਿੱਚ ਵੋਟਾਂ ਪਈਆਂ, ਪਹਿਲੀ ਵਾਰ ਆ ਕਿ ਪੰਜਾਬ ਦੇ ਵਿੱਚ ਬਹੁ ਕੌਮੀ ਮੁਕਾਬਲੇ ਦੇਖਣ ਨੂੰ ਮਿਲੇ। ਸਾਰੇ ਪੰਜਾਬ ਦੇ ਵਿੱਚ ਇੱਕੋ ਹੀ ਆਵਾਜ਼ ਆ ਰਹੀ ਹੈ, ਜੇ ਲੋਕਾਂ ਨੂੰ ਦੇਖਿਆ ਜਾਵੇ ਕਿ ਫਲਾਨਾ 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 ਕੋਈ ਵੀ ਹੋਵੇ, ਉਹ ਕਿ ਬਦਲ ਕਰਤਾ ਜੀ ਅਸੀਂ ਤਾਂ ਐਕਤੀ। ਜਦੋਂ ਜਾ ਕੇ ਅਸੀਂ ਹੇਠਲੇ ਪੱਧਰ ਦੇ ਉੱਤੇ ਅੰਕੜਿਆਂ ਤੇ ਜਾਂਦੇ ਹਾਂ ਤਾਂ ਜਿਹੜੀ ਮੈਨੇਜਮੈਂਟ ਇੱਥੇ ਕੀਤੀ ਗਈ ਇਹਨਾਂ ਵੱਲੋਂ, ਭਾਵੇਂ ਨਸ਼ੇ ਦੀ ਹੋਈ, ਪੈਸਿਆਂ ਦੀ ਹੋਈ, ਫਿਰ ਜਾ ਕੇ ਸ਼ੱਕ ਪੈਦਾ ਹੁੰਦਾ ਕਿ ਯਾਰ ਇਹ ਸ਼ਾਇਦ ਅੰਕੜੇ ਜਿਹੜੇ ਚੱਲ ਰਹੇ ਨੇ ਇਹ ਨਾ ਵੀ ਹੋਣ। ਲੋਕ ਕਹਿੰਦੇ ਨੇ ਕਿ ਇੱਕ ਪਾਰਟੀ ਜਿਹੜੀ ਦਿੱਲੀ ਤੋਂ ਚੱਲ ਕੇ ਆਈ ਸੀ ਉਹ 70-75 ਸੀਟਾਂ ਲਿਜਾ ਸਕਦੀ ਹੈ। ਉਹਨਾਂ ਦੇ ਆਪਣੇ ਆਗੂ ਕਹਿੰਦੇ ਨੇ ਕਿ ਸਾਨੂੰ 60-62 ਤੱਕ ਅਸੀਂ ਜਾ ਸਕਦੇ ਹਾਂ। ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ, ਪਰ 5 ਕੋਨੇ ਮੁਕਾਬਲੇ ਐਕਤੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ, ਜਿਹਦੇ ਕਰਕੇ ਜਿਹੜੇ ਸਿਆਸੀ ਪੰਡਤ ਨੇ ਉਹ ਵੀ ਕੋਈ ਠੋਸ ਅੰਦਾਜ਼ਾ ਨਹੀਂ ਲਾ ਸਕੇ ਕਿ ਹੋਇਆ ਤਾਂ ਕੀ ਹੋਇਆ। ਪੰਜਾਬ ਆਮ ਤੌਰ ਤੇ ਕਈ ਵਾਰ ਨਵੇਂ ਤਜਰਬੇ ਕਰਦਾ ਹੁੰਦਾ ਹੈ, ਨਵੇਂ ਤਜਰਬੇ ਹੁੰਦੇ ਵੀ ਹੈ, ਪਰ ਇੱਥੇ ਕਦੇ ਪਹਿਲਾਂ ਤਾਂ ਨਹੀਂ ਬਣੀ ਲੰਗੜੀ ਸਰਕਾਰ। ਇਸ ਵਾਰ ਬਹੁ ਗਿਣਤੀ ਚੈਨਲ, ਬਹੁ ਗਿਣਤੀ ਲੋਕ ਇਹ ਗੱਲ ਕਹਿ ਰਹੇ ਹੈ ਕਿ ਕਿਸੇ ਇੱਕ ਨੂੰ ਬਹੁਮਤ ਸ਼ਾਇਦ ਨਾ ਮਿਲੇ, ਜਿਸ ਕਰਕੇ ਗੱਠਜੋੜ ਹੋਣਗੇ। ਲੋਕਾਂ 'ਚ ਇਹ ਵੀ ਚਰਚਾ ਹੈ ਕਿ ਜਿਹੜੀ ਪਾਰਟੀ ਦਾ ਨਾਂ ਲੈਂਦੇ ਨੇ ਦਿੱਲੀ ਵਾਲੀ ਦਾ, ਉਹਦੇ 63-64 ਬੰਦੇ ਉਹਨਾਂ ਨੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਖੜੇ ਕੀਤੇ ਆ। ਉਹ ਬੀਜੇਪੀ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅਕਾਲੀ ਦਲ ਦੇ ਵੀ ਹੈ ਤੇ ਹੋਰਨਾਂ ਦੇ ਵੀ ਹੈ। ਇਸ ਕਰਕੇ ਇਹ ਆਮ ਚਰਚਾ ਚੱਲਦੀ ਹੈ ਕਿ ਜੇ ਰਿਜ਼ਲਟ ਆ ਗਿਆ ਤਾਂ ਜਿਹੜੀ ਦੇਸ਼ ਦੀ ਹਾਕਮ ਪਾਰਟੀ ਹੈ ਸਭ ਤੋਂ ਵੱਡੀ, ਜਿਹਦੇ ਕੋਲ 300 ਤੋਂ ਵੱਧ ਸੀਟਾਂ ਨੇ, ਉਹ ਕੁਝ ਵੀ ਕਰ ਸਕਦੀ ਹੈ, ਉਹ ਹੱਥਾਂ ਤੇ ਸਰੋਂ ਵੀ ਜਮਾ ਸਕਦੀ ਹੈ। ਲੋਕਾਂ 'ਚ ਤਾਂ ਇਹ ਵੀ ਚਰਚਾ ਹੈ ਕਿ ਜਿਹੜੇ ਆਪਣੇ ਬੰਦੇ ਉਹਨਾਂ ਨੇ ਦੂਜੀਆਂ ਪਾਰਟੀਆਂ 'ਚ ਘੱਲੇ ਨੇ, ਉਹਨਾਂ ਨੂੰ ਜਦੋਂ ਮਰਜ਼ੀ ਪਤੰਗ ਦਾ ਤੁਨਕਾ ਮਾਰ ਕੇ ਉਹ ਵਾਪਸ ਲਿਆ ਸਕਦੇ ਹੈ ਜੀ। ਸੋ ਇਸ ਕਰਕੇ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਧੁੰਦਲੀ ਹੈ, ਪੂਰੀ ਤਰ੍ਹਾਂ ਦੇ ਉੱਤੇ ਸਪਸ਼ਟ ਨਹੀਂ ਆ ਰਿਹਾ। ਔਰ ਜੋੜ ਘਟਾਓ ਇਹੀ ਚੱਲ ਰਹੇ ਨੇ ਕਿ ਜਿਹੜੀ ਪਾਰਟੀ ਚੋਣਾਂ ਤੋਂ ਬਾਅਦ ਜੋੜ ਘਟਾਓ ਜ਼ਿਆਦਾ ਕਰ ਗਈ, ਜਾਂ ਜਿਹਦੇ ਕੋਲੇ ਮਾਣਯੋਗ ਇਹ ਦੇਸ਼ ਹੈ ਜਿੱਥੇ ਸਾਡੇ ਰਾਸ਼ਟਰਪਿਤਾ ਗਾਂਧੀ ਜੀ ਦੀ ਬਹੁਤ ਪੂਜਾ ਹੁੰਦੀ ਹੈ, ਅੱਜ ਕੱਲ੍ਹ ਉਹ ਗਾਂਧੀ ਜੀ ਦੀ ਪੂਜਾ ਬਦਲਵੇਂ ਰੂਪ 'ਚ ਹੋਣ ਲੱਗ ਗਈ ਹੈ। ਤੇ ਜਿਹਨੇ ਗਾਂਧੀ ਜੀ ਦੀ ਪੂਜਾ ਜ਼ਿਆਦਾ ਕਰਤੀ ਤੇ ਸਰਕਾਰ ਜਿਸ ਕੀ ਲਾਠੀ ਉਸ ਕੀ ਬਹਿਸ ਜੀ। ਤੇ ਇਹਦੇ ਨਾਲ ਹੀ ਕਾਂਗਰਸੀ ਆਗੂ ਦਿੱਲੀ ਦੇ ਵਿੱਚ ਇਕੱਠੇ ਹੋਏ, ਮੰਥਨ ਕੀਤਾ ਗਿਆ ਕਿੰਨੀਆਂ ਸੀਟਾਂ ਕਿਹਨੂੰ ਆ ਸਕਦੀਆਂ, ਅੱਗੇ ਕੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਤੇ ਸਿੱਧੂ ਯਾਨੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉੱਥੋਂ ਗੈਰ ਹਾਜ਼ਰ ਰਹੇ ਨੇ। ਇਹ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਆਪਣਾ ਅਰਵਿੰਦਰ ਜੀ ਜੀ, ਉਹਦੇ ਇਹ ਮੀਟਿੰਗ ਹੋਈ ਸੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਆ ਹਰੀਸ਼ ਚੌਧਰੀ, ਉਹਦੇ ਵਿੱਚ ਜਾਖੜ ਸਾਹਿਬ ਵੀ ਸੀਗੇ, ਉਹਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਫੀ ਕਾਂਗਰਸੀ ਇਕੱਠੇ ਹੋਏ ਔਰ ਉਹਨਾਂ ਨੇ ਹਲਕਾ ਤੋਂ ਹਲਕਾ ਇਹਦੇ ਤੇ ਮੰਥਨ ਕੀਤਾ ਕਿ ਆਪਾਂ ਕਿੱਥੇ ਜੇ ਖੜੇ ਹਾਂ, ਕਿੱਥੇ ਤੱਕ ਜਾ ਸਕਦੇ ਹਾਂ। ਇਹ ਜਿਹੜਾ ਮੰਥਨ ਤੁਸੀਂ ਅੱਜ ਬੈਠ ਕੇ ਕੀਤਾ ਜਾਂ 2 ਦਿਨ ਪਹਿਲਾਂ ਕੀਤਾ, ਜੇ ਇਹ ਮੰਥਨ 2 ਮਹੀਨੇ ਪਹਿਲਾਂ ਕਰ ਲੈਂਦੇ, ਜਿਹੜੀਆਂ ਚੁਆਤੀਆਂ ਤੁਹਾਡੇ ਆਪਦੇ ਆਗੂਆਂ ਨੇ ਇੱਕ ਦੂਜੇ ਦੇ ਸਿਰ ਤੇ ਠੀਕਰੇ ਭੰਨੇ ਨੇ, ਉਹ ਜੇ ਕੋਈ ਨਹੀਂ ਬਚਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਬਸੀ ਪਠਾਣਾ ਤੋਂ ਖੜਾ ਹੈ, ਰਾਜਾ ਜਿਹੜਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਦਾ ਮੁੰਡਾ ਚੋਣ ਲੜ ਰਿਹਾ ਹੈਗਾ। ਇਸੇ ਤਰ੍ਹਾਂ ਕਈ ਸੀਟਾਂ ਹੋਰ ਨੇ ਜਿੱਥੇ ਇਹਨਾਂ ਦੇ ਆਗੂ ਜਿਹੜੇ ਜਸਵੀਰ ਸਿੰਘ ਡਿੰਪਾ ਨੇ ਮੈਂਬਰ ਪਾਰਲੀਮੈਂਟ, ਉਹ ਆਪਣੇ ਭਰਾ ਦੀ ਟਿਕਟ ਮੰਗਦੇ ਸੀਗੇ, ਉਹ ਅਕਾਲੀ ਦਲ 'ਚ ਚਲੇ ਗਏ। ਕਈ ਇਸ ਤਰ੍ਹਾਂ ਦੀਆਂ ਸੀਟਾਂ ਨੇ, ਜਿਵੇਂ ਮੋਗੇ ਦੇ ਵਿੱਚ ਪਹਿਲਾਂ ਇਹਨਾਂ ਦਾ ਡਾਕਟਰ ਹਰਜੋਤ ਕਮਲ ਸੀ, ਉਹਨਾਂ ਨੇ ਇਸ ਵਾਰ ਟਿਕਟ ਕੱਟ ਕੇ ਮਾਲਵਿਕਾ ਸੂਦ ਜਿਹੜੀ ਸੋਨੂ ਸੂਦ ਦੀ ਭੈਣ ਆ ਉਹਨਾਂ ਨੂੰ ਦਿੱਤਾ। ਪਿਛਲੀ ਵਾਰੀ ਵੀ ਤਾਂ ਜਦੋਂ ਡਾਕਟਰ ਹਰਜੋਤ ਕਮਲ ਨੂੰ ਟਿਕਟ ਦਿੱਤੀ ਗਈ ਸੀ ਤਾਂ ਡਾਕਟਰ ਮਾਲਤੀ ਥਾਪਰ ਦੀ ਕੱਟ ਕੇ ਹੀ ਦਿੱਤੀ ਗਈ ਸੀ ਨਾ। ਸੋ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ। ਇਸੇ ਤਰ੍ਹਾਂ ਅਜਾਇਬ ਸਿੰਘ ਭੱਟੀ ਇਹਨਾਂ ਦੇ
ਭੁੱਚੋ ਮੰਡੀ ਦੇ ਉੱਤੋਂ ਉਮੀਦਵਾਰ ਸੀਗੇ, ਉਹਨਾਂ ਨੇ ਦਾ ਜਿਹੜਾ ਹੈਗਾ ਘਰ ਵਾਲੀ ਭਦੌੜ ਤੋਂ ਮੁੱਖ ਮੰਤਰੀ ਚੰਨੀ ਸਾਹਿਬ ਦੇ ਬਰਾਬਰ ਲੜਨ ਚੱਲ ਪਈ। ਭਾਵ ਇਹਨਾਂ ਨੂੰ ਜਿਹੜਾ ਇਹ ਮੰਥਨ ਅੱਜ ਕੀਤਾ, ਇਹ ਮੰਥਨ ਜੇ ਪਹਿਲਾਂ ਕਰਦੇ ਤਾਂ ਹੋ ਸਕਦਾ ਕੋਈ ਨਾ ਕੋਈ ਹੱਲ ਉਸ ਦਾ ਨਿਕਲੇ ਆਉਂਦਾ। ਹੁਣ ਮੰਥਨ ਤਾਂ ਅਬ ਪਛਤਾਏ ਕਿਆ ਹੁਆ ਜਬ ਚਿੜੀਆਂ ਚੁੱਗੇ ਖੇਤ। ਜੇ ਨੁਕਸਾਨ ਕਾਂਗਰਸ ਪਾਰਟੀ ਦਾ ਹੋਵੇਗਾ ਤਾਂ ਕਾਂਗਰਸ ਪਾਰਟੀ ਦੇ ਆਪਣਿਆਂ ਨੇ ਕੀਤਾ ਹੋਵੇਗਾ, ਦੂਜਿਆਂ ਨੂੰ ਕਰਨ ਦੀ ਲੋੜ ਨਹੀਂ ਪਈ। ਜਿਹੜਾ ਕੁਝ ਦੂਜਿਆਂ ਨੇ ਕਰਨਾ ਸੀ। ਮੈਨੂੰ ਲੱਗਦਾ ਇਹ ਮੰਥਨ ਇਸ ਚੀਜ਼ ਲਈ ਹੋ ਰਿਹਾ ਹੈ, ਕਿਹੜੀ ਸੀਟ ਸਾਡੀ ਸਟਰੋਂਗ ਸੀ, ਉੱਥੇ ਕਿੰਨੇ ਵੋਟ ਪਰਸੈਂਟੇਜ ਪਈ ਤੇ ਕਿੰਨਾ ਗਾਂਧੀ ਉੱਥੇ ਪੂਜਣਾ ਚਾਹੀਦਾ ਹੈ। ਮੰਥਨ ਦਾ ਅਸਲ 'ਚ ਤਾਂ ਇਹੀ ਗੱਲ ਹੋਈ ਹੈ, ਇਸ ਤਰ੍ਹਾਂ ਦੀ ਹੋਈ ਹੈ। ਦੂਜਾ ਇਹ ਹੈ ਵੀ ਜੇ ਸੀਟਾਂ ਘਟ ਜਾਣ ਤਾਂ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਬਕੈਂਦੀ ਭਾ ਮਿੱਤਰਾ ਜੀ, ਤਾਂ ਇੱਥੇ ਰੋਂਦੇ ਚਿਹਰੇ ਨਹੀਂ ਮਿਲਦੇ, ਹੱਸਣ ਦੀ ਆਦਤ ਪਾ ਸੱਜਣਾ। ਉਹ ਵਿਚਾਰ ਹੋ ਰਿਹਾ ਵੀ ਜੇ 5-4 ਸੀਟਾਂ ਘਟ ਗਈਆਂ ਤਾਂ ਧਨੌਲੇ ਦੀ ਮੰਡੀ 'ਚ ਜਾਣਾ ਹੈ, ਮੁਕਤਸਰ ਦੀ ਮੰਡੀ 'ਚ ਜਾਣਾ ਹੈ, ਜਾਂ ਬਠਿੰਡੇ ਦੀ ਮੰਡੀ 'ਚ ਜਾਣਾ ਹੈ, ਜਾਂ ਮਤਲਬ ਪਟਿਆਲੇ ਦੀ ਮੰਡੀ 'ਚ ਜਾਂ ਅੰਮ੍ਰਿਤਸਰ ਦੀ ਮੰਡੀ 'ਚੋਂ ਮਾਲ ਖਰੀਦ ਕੇ ਲਿਆਉਣਾ। ਉਹਦੇ ਤੇ ਮੰਥਨ ਕੀਤਾ ਗਿਆ ਕਿ ਉਸ ਸੂਰਤ ਦੇ ਵਿੱਚ ਕਿਹਦੇ ਨਾਲ ਜਾ ਕੇ ਆਪਾਂ ਸਹਿਚਾਰ ਵਧਾਉਣਾ ਜੀ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦਾ ਇੱਕ ਆਡੀਓ ਵਾਇਰਲ ਹੋਇਆ ਜੀ, ਉਹ ਬੜਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਆ। ਤੇ ਆਡੀਓ ਨਹੀਂ, ਮਾਫ ਕਰਿਓ, ਸ਼ਾਇਦ ਵੀਡੀਓ ਵਾਇਰਲ ਹੋਇਆ ਸੀ ਜੀ ਉਹ, ਕਿ ਜੀ ਭਾਜਪਾ ਨਾਲ ਸਾਡਾ ਗਠਬੰਧਨ ਹੋ ਸਕਦਾ। ਉਸ ਤੋਂ ਬਾਅਦ ਉਹਨਾਂ ਨੇ ਯੂ ਟਰਨ ਲੈ ਲਿਆ, ਕਹਿੰਦੇ ਨਹੀਂ ਮੈਂ ਤਾਂ BSP ਕਿਹਾ ਸੀਗਾ। ਪਰ ਫਿਰ ਚੋਣਾਂ ਤੋਂ ਇੱਕਦਮ ਬਾਅਦ ਫਿਰ ਤੋਂ ਮੀਡੀਆ ਦੇ ਵਿੱਚ ਚਰਚਾ ਆ ਗਈ ਹੈ ਕਿ ਹੋ ਸਕਦਾ ਹੈ ਅਕਾਲੀ ਦਲ ਭਾਜਪਾ ਦੇ ਨਾਲ ਦੁਬਾਰਾ ਜੁੜ ਜਾਵੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਬਿਆਨਬਾਜ਼ੀ ਜਾਂ ਤਰਕ ਦੀ ਗੱਲ ਕਿੰਨੀ ਕੁ ਹੈ ਜੀ? ਪਹਿਲਾਂ ਜਿਹੜੀ ਤੁਸੀਂ ਗੱਲ ਕਰਦੇ ਉਹਦੇ ਵਿੱਚ ਇੱਕ ਹੋਰ ਟੇਪ ਚੱਲ ਰਹੀ ਹੈ ਜਿਹਦੇ ਵਿੱਚ ਉਹ ਭਾਈਆ ਸ਼ਬਦ ਵਰਤਦੇ ਆ ਕਿ ਮੈਂ ਤਾਂ ਕਦੇ ਸ਼ਹਿਰੀ ਖੇਤਰ 'ਚ ਲੜਿਆ ਨਹੀਂ, ਮੇਰਾ ਮਜੀਠਾ ਬਹੁਤ ਮਜ਼ਬੂਤ ਸੀ, ਤੁਸੀਂ ਕਿਹੜਾ ਮੇਰੇ ਨਾਲ ਬਦਲਾ ਲਿਆ ਜਿਹੜਾ ਮੈਨੂੰ ਸ਼ਹਿਰੀ ਸੀਟ ਦੇ ਉੱਤੇ ਭੇਜ ਦਿੱਤਾ ਗਿਆ। ਇਹ ਚੱਲਦੀ ਹੈ। ਭਾਈਆ ਕੌਣ ਹੋਇਆ? ਭਾਈਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਦਾ। ਉਹ ਕਹਿੰਦਾ ਭਾਈਆ ਕਿਹੜੇ ਜ਼ਮਾਨੇ ਦਾ ਮੇਰੇ ਨਾਲ ਵੈਰ ਕੱਢਿਆ, ਮੇਰੀ ਤਾਂ ਕੋਈ ਤਿਆਰੀ ਨਹੀਂ ਸੀ। ਇਹ ਜਿਹੜੀ ਸੀਟ ਪਹਿਲਾਂ ਚਰਚਾ 'ਚ ਆ ਗਈ, ਇਹ ਚੀਜ਼ਾਂ ਨੁਕਸਾਨਦੇਹ ਹੋ ਸਕਦੀਆਂ ਹੁੰਦੀਆਂ। ਉਹ ਵੀਡੀਓ ਸੱਚੀ ਸੀ ਝੂਠੀ ਸੀ, ਅਜੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ ਤੇ ਕੋਈ ਜਵਾਬ ਨਹੀਂ ਦਿੱਤਾ। ਜੇ ਉਹ ਝੂਠੀ ਸੀ ਇਹਦਾ ਮਤਲਬ ਸੱਚੀ ਹੋ ਸਕਦੀ ਹੈ। ਇਹ ਵੀਡੀਓ ਜਿਹੜੀਆਂ ਚੱਲਦੀਆਂ ਸੀ ਤੇ ਦੂਜੀ ਜਿਹੜੀ ਆ ਤੁਸੀਂ ਕਹਿ ਰਹੇ ਹੋਗੇ ਕਿ ਅਸੀਂ ਤਾਂ BJP ਨਾਲ, ਫਿਰ ਉਹਨਾਂ ਨੇ ਕਿਹਾ ਮੈਂ BSP ਨਾਲ ਹੈ। ਤੇ JP ਨੱਡਾ ਨੂੰ 2 ਦਿਨ ਪਹਿਲਾਂ ਪੁੱਛਿਆ ਗਿਆ ਕਿ ਤੁਸੀਂ ਅਕਾਲੀ ਦਲ ਨਾਲ ਜਾ ਸਕਦੇ ਹੋ, ਕਹਿੰਦੇ ਅਸੀਂ ਸਾਰਾ ਕੁਝ ਚੋਣ ਨਤੀਜਿਆਂ ਤੋਂ ਬਾਅਦ ਦੇਖਾਂਗੇ। ਜੇ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਦੱਸ ਦਿੰਦਾ, ਜੇ ਭਾਰਤੀ ਜਨਤਾ ਪਾਰਟੀ ਨੇ ਜੋੜ ਤੋੜ ਕੀਤਾ ਤਾਂ 94 ਸਾਲ ਦਾ ਬਾਪੂ ਪ੍ਰਕਾਸ਼ ਸਿੰਘ ਬਾਦਲ ਬਿਨਾਂ ਜੋੜੇ ਪਾਏ ਨੱਡੇ ਤੇ ਮੋਦੀ ਕੋਲੇ ਜਾ ਪਹੁੰਚੇਗਾ। ਜਿਵੇਂ 1996 ਦੇ ਵਿੱਚ 11 ਸੀਟਾਂ ਜਿੱਤੀਆਂ ਅਕਾਲੀ ਦਲ ਨੇ ਲੋਕ ਸਭਾ ਦੀਆਂ BSP ਦੇ ਨਾਲ ਰਲ ਕੇ, BSP 3 ਹੀ ਜਿੱਤ ਗਈ, ਇਹ ਆਪਣੀਆਂ 11 ਚੋਂ ਇਹਨਾਂ ਕੋਲੇ ਸੀਗੇ 10 ਚੋਂ 8 ਜਿੱਤੇ। 2 ਸੀਟਾਂ ਦੇ ਉੱਤੇ ਕਾਂਗਰਸ ਜਿੱਤੀ ਸੀ, ਇੱਕ ਅੰਮ੍ਰਿਤਸਰ ਰਘੁਨੰਦਨ ਲਾਲ ਭਾਟੀਆ ਤੇ ਦੂਜੀ ਸ਼ਾਇਦ ਇੱਥੇ ਪਟਿਆਲੇ ਵਾਲੀ ਬੀਬੀ ਪ੍ਰਨੀਤ ਕੌਰ ਜਿੱਤੇ ਸੀ। ਇਹ 2 ਸੀਟਾਂ ਜਿੱਤੇ ਸੀ। ਉਸ ਵੇਲੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਬਰਨਾਲਾ ਸਾਹਿਬ ਨੂੰ ਹਰਕ੍ਰਿਸ਼ਨ ਸਿੰਘ ਸੁਰਜੀਤ ਰਾਹੀਂ ਤੀਜੇ ਫਰੰਟ ਨੇ ਮੰਨ ਲਿਆ ਕਿ ਆਪਾਂ ਬਰਨਾਲਾ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਤੇ ਆ ਅਸੂਲਾਂ ਵਾਲੇ ਕਹਿੰਦੇ ਮੈਂ ਸਿਧਾਂਤਾਂ ਕਰਕੇ ਭਾਰਤੀ ਜਨਤਾ ਪਾਰਟੀ ਛੱਡੀ ਹੈ, ਇੱਕ ਬੰਦੇ ਨੂੰ ਨਾਲ ਲਿਆ, ਕਿਸੇ ਅਕਾਲੀਆਂ ਨਾਲ ਸਾਂਝ ਨਹੀਂ ਕੀਤੀ, ਤੇ ਨੰਗੇ ਪੈਰੀ ਵਾਜਪਾਈ ਦੀ ਸਾਹਿਬ ਦੇ ਘਰ ਜਾ ਕੇ ਬਾਦਲ ਸਾਹਿਬ ਨੇ ਕਹਿਤਾ ਸੀ ਅਸੀਂ ਬਿਨਾਂ ਸ਼ਰਤ ਤੁਹਾਡੇ ਨਾਲ ਆ ਕੇ ਖੜ ਗਏ ਹਾਂ। ਤੇ ਹੁਣ ਕਹਿੰਦੇ ਆ ਕਿ BJP ਨੂੰ ਸਿਧਾਂਤਾਂ ਦੇ ਆਧਾਰ ਦੇ ਉੱਤੇ ਛੱਡਿਆ, ਉਦੋਂ ਨੰਗੇ ਪੈਰੀ ਜਾ ਕੇ ਕਰ ਲਿਆ ਸੀ। ਜੇ ਇਹਨਾਂ ਦੀਆਂ ਜਿੰਨੀਆਂ ਵੀ ਸੀਟਾਂ ਆ ਗਈਆਂ BJP ਨੂੰ ਲੋੜ ਪੈਂਦੀ ਹੋਈ ਤਾਂ ਇਹਨਾਂ ਨੇ ਬਿਨਾਂ ਦੇਰੀ ਉੱਥੇ ਜਾ ਖੜਨਾ ਹੈ, ਕਿਉਂਕਿ 5 ਸਾਲ ਸੱਤਾ ਤੋਂ ਬਾਹਰ ਰਹੇ ਨੇ। ਜੇ ਬਦਲਵੇਂ ਰੂਪ ਦੇ ਵਿੱਚ 2 ਨੰਬਰ ਦੀ ਸੱਤਾ 'ਚ ਵੀ ਬੈਠੇ ਰਹੇ ਤਾਂ ਬਹੁਤ ਸਾਰੇ ਜਿਹੜੇ ED CD CBI ਹੈ ਉਹਨਾਂ ਤੋਂ ਬਚਣ ਵਾਸਤੇ ਇਹ ਰਾਜਸੀ ਪਾਰਟੀਆਂ ਕਦੋਂ ਵੀ ਜਾ ਕੇ ਕਿਸੇ ਨਾਲ ਵੀ ਕੋਈ ਅਸੂਲ ਨਹੀਂ ਉਹਦੇ ਨਾਲ ਸਮਝੌਤਾ ਕਰ ਬਹਿਣਗੀਆਂ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਰੁਲਦੀ ਜਾ ਰਹੀ ਹੈ। ਅਸੀਂ ਤਕਰੀਬਨ 2-3 ਦਹਾਕਿਆਂ ਤੋਂ ਇਹੀ ਚੀਜ਼ ਸੁਣਦੇ ਆ ਰਹੇ ਹਾਂ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀਆਂ ਸੌਹਾਂ ਕੋਈ ਕੰਮ ਨਹੀਂ ਕਰ ਸਕੀਆਂ, ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀਆਂ ਦਲੀਲਾਂ ਕੋਈ ਕੰਮ ਨਹੀਂ ਕਰ ਸਕੀਆਂ, ਨਸ਼ੇ ਨੂੰ ਨਹੀਂ ਰੋਕ ਸਕੀਆਂ, ਪੁਲਿਸ ਅਫਸਰ IAS ਆਫਿਸਰ ਹਜੇ ਤੱਕ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਕਰ ਸਕੀਆਂ। ਉੱਥੇ ਇੱਕ ਪਿੰਡ ਨੇ ਉਦਾਹਰਣ
ਦਿੱਤੀ ਹੈ। ਇੱਕ ਪਿੰਡ ਨੇ ਨਵੇਕਲਾ ਉਪਰਾਲਾ ਕੀਤਾ ਆ, ਪਿੰਡ ਦਾ ਨਾਂ ਹੈ ਜੀ ਕਾਲ ਝਰਾਣੀ, ਜਿੱਥੇ ਦੀ ਪੰਚਾਇਤ ਨੇ ਸਿੱਧਾ ਨਸ਼ੇ ਦੇ ਸੌਦਾਗਰਾਂ ਨੂੰ ਲਪੇਟੇ 'ਚ ਲਿਆ। ਸਿੱਧੀ ਚੁਣੌਤੀ ਦਿੱਤੀ ਹੈ ਕਿ ਭਾਈ ਜੇ ਕੋਈ ਨਸ਼ੇ ਦਾ ਸੌਦਾਗਰ ਪਿੰਡ 'ਚ ਵੜਿਆ ਤਾਂ ਉਹਦੀਆਂ ਲੱਤਾਂ ਤੋੜ ਦਿਆਂਗੇ। ਇਹ ਪੰਜਾਬੀਆਂ ਵਾਲੀ ਗੱਲ ਕੀਤੀ ਹੈ ਜੀ। ਇਹ ਪਿੰਡ ਹੈਗਾ ਜੀ ਬਠਿੰਡੇ ਤੋਂ ਜਦੋਂ ਆਪਾਂ ਲੰਬੀ ਨੂੰ ਜਾਂਦੇ ਹਾਂ ਤਾਂ ਦੂਜਾ ਪਿੰਡ ਹੈ ਬਾਦਲ ਰੋਡ ਤੇ ਕਾਲ ਝਰਾਣੀ। ਘੁੱਦਾ, ਕਾਲ ਝਰਾਣੀ, ਖਿਓ ਵਾਲੀ, ਇਹ ਸਾਰੇ ਇੱਕੋ ਰੋਡ ਤੇ ਨੇ। ਬਾਦਲ ਪਿੰਡ ਤੋਂ ਖਿਓ ਵਾਲੀ ਬਾਅਦ 'ਚ ਹੈ, ਬਾਦਲ ਪਿੰਡ ਤੋਂ ਇਹ ਪਿੰਡ ਪਹਿਲਾਂ ਨੇ ਬਠਿੰਡੇ ਵਾਲੇ ਪਾਸਿਓਂ। ਉਹ ਕਹਿੰਦੇ ਵੀ ਅਸੀਂ ਬਹੁਤ ਅੱਕ ਗਏ, ਬਹੁਤ ਦੇਖ ਲਿਆ, ਨਸ਼ੇ ਹਟਦੇ ਨਹੀਂ। ਉਹਨਾਂ ਦੀ ਸਰਪੰਚ ਆ ਬੀਬੀ ਕਮਲ ਕੌਰ। ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਵੋਟਾਂ ਤੋਂ ਅਗਲੇ ਦਿਨ ਇੱਕ ਫੈਸਲਾ ਕਰ ਲਿਆ ਕਿ ਜੇ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਵੜੇ ਨਾ, ਉਹਨਾਂ ਨੇ ਲਿਖ ਕੇ ਵੀ ਲਾਤਾ ਆਸੇ ਪਾਸੇ ਪਿੰਡ ਦੇ ਵੀ ਜੇ ਵੜਦਾ ਨਜ਼ਰ ਆ ਗਿਆ ਤਾਂ ਅਸੀਂ ਉਹਦੀਆਂ ਲੱਤਾਂ ਤੋੜ ਦਿਆਂਗੇ। ਇਹਦੇ ਤੇ ਉੱਥੋਂ ਦੇ SHO ਨੇ ਨੰਦਗੜ੍ਹ ਪਿੰਡ ਥਾਣਾ ਪੈਂਦਾ, ਜਸਵੰਤ ਸਿੰਘ, ਉਹ ਕਹਿੰਦੇ ਜੀ ਮੇਰੇ ਇਹ ਧਿਆਨ 'ਚ ਨਹੀਂ ਲਿਆਂਦਾ, ਤੁਹਾਡੇ ਧਿਆਨ 'ਚ ਕਾਹਨੂੰ ਆਉਣਾ ਸੀ? ਜੇ ਤਾਂ ਧਿਆਨ ਹੋਵੇ ਲੋਕ ਮਨੁੱਖਤਾ ਦੇ ਵੱਲ ਫਿਰ ਤਾਂ ਹੈ। ਇਹ ਲੋਕ ਤਾਂ ਹੀ ਵੇਚ ਸਕਦੇ ਆ ਜੇ ਤੁਹਾਡੀ ਸਰਪ੍ਰਸਤੀ ਹੈ ਜਾਂ ਸਿਆਸਤਦਾਨਾਂ ਦੀ ਸਰਪ੍ਰਸਤੀ ਹੈ। ਸਿਆਸਤਦਾਨ ਤੇ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਕਦੇ ਨਹੀਂ ਵਿਕ ਸਕਦਾ। ਉੱਥੇ SSP ਨੇ ਮਨਜੀਤ ਕੌਰ ਕੌਂਡਲ, ਉਹਨਾਂ ਨੇ ਵੀ ਆਖਿਆ ਜੇ ਸਾਡੇ ਧਿਆਨ 'ਚ ਆਊਗਾ, ਵੀ ਮੈਨੂੰ ਥੋੜ੍ਹਾ ਚਿਰ ਹੀ ਹੋਇਆ ਇੱਥੇ ਆਏ ਨੂੰ, ਮੇਰੇ ਧਿਆਨ 'ਚ ਆ ਗਿਆ ਤਾਂ ਮੈਂ ਇਸ 'ਤੇ ਸਖਤ ਕਾਰਵਾਈ ਕਰਾਂਗੀ। ਬੀਬੀ ਜੀ ਜੇ ਤੁਸੀਂ ਸਖਤ ਕਾਰਵਾਈ ਕਰ ਦਿੰਦੇ ਤਾਂ ਪਿੰਡ ਵਾਲਿਆਂ ਨੂੰ ਇਹ ਇਸ ਤਰ੍ਹਾਂ ਦਾ ਸਖਤ ਫੈਸਲਾ ਲੈਣ ਦੀ ਜ਼ਰੂਰਤ ਨਾ ਪੈਂਦੀ। ਮੈਂ ਇੱਕ ਹੋਰ ਗੱਲ ਕਹਿੰਦਾ ਹੁੰਦਾ ਕਿ ਬੱਚੇ ਨਸ਼ੇ ਵਿੱਚ ਗਏ ਕਿਉਂ। 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰੇਆਮ ਐਲਾਨ ਕੀਤਾ ਸੀ ਕਿ ਜੇ ਸਾਡੀ ਸਰਕਾਰ ਆ ਗਈ 97 'ਚ ਤਾਂ ਅੱਤਵਾਦ ਦੇ ਉੱਤੇ ਅਸੀਂ ਕਮਿਸ਼ਨ ਬਹਾਵਾਂਗੇ, ਜਿਹੜਾ ਇਹ ਦੇਖੇਗਾ ਇਹ ਕਮਿਸ਼ਨ ਜਿਹੜਾ ਅੱਤਵਾਦ ਦਾ ਜ਼ਿੰਮੇਵਾਰ ਕੌਣ ਹੈ। 97 'ਚ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਸਾਡੇ ਵਰਗਿਆਂ ਨੇ ਸਾਰਿਆਂ ਨੇ, ਤੇ ਬਾਦਲ ਸਾਹਿਬ ਦਾ ਜਵਾਬ ਸੀ ਉਹ ਕਾਕਾ ਕਿਉਂ ਅੱਗ ਲਾਉਂਦੇ ਹੁੰਦੇ ਹੋ, ਬਥੇਰਾ ਸਮਾਂ ਲੰਘ ਗਿਆ, ਕੁਰਸੀ ਸਾਨੂੰ ਮਿਲਣੀ ਸੀ, ਮਿਲ ਗਈ, ਤੁਸੀਂ ਐਵੇਂ ਅੱਗ ਲਾਉਣ ਦੀਆਂ ਯਤਨ ਕਰਦੇ ਹੋ। ਉਹ ਜਿੰਨਾ ਚਿਰ ਨਹੀਂ ਮਿਲੀ ਸੀ ਉਦੋਂ ਤੱਕ ਉਹ ਬਿਆਨ ਠੀਕ ਸੀ, ਜਿਵੇਂ ਮੋਦੀ ਸਾਹਿਬ ਨੇ ਕਹਿਤਾ ਸੀ 14 'ਚ 3-3 ਲੱਖ ਰੁਪਇਆ ਤੁਹਾਡੇ ਖਾਤੇ 'ਚ ਆਊ, ਜੇ 5 ਜੀਓ 15 ਲੱਖ ਆਊ। ਬਾਅਦ ਦੇ ਵਿੱਚ ਅਮਿਤ ਸ਼ਾਹ ਨੂੰ ਕਹਿਣਾ ਪੈ ਗਿਆ ਵੋ ਤੋਂ ਇੱਕ ਚੋਣ ਜੁਮਲਾ ਥਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਪੰਜਾਬ ਦੇ ਵਿੱਚ ਕਦੇ ਗੈਂਗਸਟਰ, ਕਦੇ ਨਕਸਲਾਈਟ, ਕਦੇ ਖਾੜਕੂ, ਇਹ ਬਾਰ-ਬਾਰ ਨੌਜਵਾਨ ਹੱਥਾਂ 'ਚ ਬੰਦੂਕਾਂ ਜਾਂ ਨਸ਼ਿਆਂ ਦੇ ਵੱਲ ਜਾਂਦੇ ਕਿਉਂ ਹੈ? ਕੀ ਕਦੇ ਕਿਸੇ ਨੇ ਇਸ ਚੀਜ਼ ਦਾ ਗੌਰ ਕੀਤੀ ਹੈ? ਕੀ ਕਦੇ ਕਿਸੇ ਨੇ ਇਹਦੇ ਤਹਿ ਤੇ ਜਾਣ ਦਾ ਯਤਨ ਕੀਤਾ? ਕੋਈ ਕਮਿਸ਼ਨ ਬਣਾ ਕੇ ਇਹਦਾ ਦੇਖਿਆ ਕਿ ਨੌਜਵਾਨ ਹੱਥਾਂ ਦੇ ਵਿੱਚ ਬੰਦੂਕਾਂ ਜਾਂ ਨਸ਼ਿਆਂ ਦੇ ਗਲਤਾਨ ਕਿਉਂ ਹੋ ਰਹੇ ਨੇ? ਕੱਲ੍ਹ ਵੀ ਇੱਕ ਵੱਡੇ ਅਖਬਾਰ ਨੇ ਲੁਧਿਆਣੇ ਦੇ ਵਿੱਚ ਦੱਸਿਆ ਸੀ ਕਿ ਕਿਹੜੇ-ਕਿਹੜੇ ਕੋਡ ਵਰਡ ਦੇ ਰਾਹੀਂ ਨਸ਼ਾ ਮਿਲਦਾ ਹੈ, ਤੁਸੀਂ ਘਰ ਦੀ ਗੱਲ ਕਰੋ। ਉਹਨਾਂ ਨੇ ਸ਼ਰੇਆਮ ਥੈਲੀ ਦੇ ਵਿੱਚ ਦਿਖਾਇਆ ਕਿ ਕਿਵੇਂ ਆਹ ਬੰਦਾ ਜਾ ਰਿਹਾ ਮੋਟਰਸਾਈਕਲ ਤੇ ਡਿਲੀਵਰੀ ਦੇਣ ਵਾਸਤੇ। ਕੀ ਇਹ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾਂ ਹੀ ਹੁੰਦਾ ਹੈ ਜਾਂ ਸਿਆਸੀ ਆਗੂ ਇਹਦੇ ਪਿੱਛੇ ਹੈ ਨਹੀਂ? ਸੋ ਇਸ ਕਰਕੇ ਇਹ ਬਹੁਤ ਅਰਵਿੰਦਰ ਜੀ ਤੁਸੀਂ ਜਿਹੜੀ ਗੱਲ ਚੱਕੀ ਹੈ, ਇਹ ਪਹਿਲਾ ਪਿੰਡ ਹੈ। ਅਗਲੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਪਿੰਡ ਨਾ ਆ ਜਾਣ ਜਦੋਂ ਅਸੀਂ ਕਾਰਨ ਹੀ ਨਹੀਂ ਲੱਭਣੇ। ਅਸਲ ਕਾਰਨ ਤਾਂ ਬੇਰੁਜ਼ਗਾਰੀ ਹੈ ਜੀ। ਉਹ ਬੱਚੇ ਜੇ ਰੁਜ਼ਗਾਰ ਤੇ ਲੱਗੇ ਹੋਣਗੇ, PhD ਕਰ ਕਰਕੇ ਤਾਂ ਇੱਥੇ ਬੱਚੇ 8-8 ਹਜ਼ਾਰ ਤੇ ਲੱਗੇ ਪਏ ਨੇ। ਟਨੋ ਸਾਹਿਬ, ਇੱਕ ਤਾਂ ਬੇਰੁਜ਼ਗਾਰੀ ਹੈ, ਦੂਜਾ ਸਾਡਾ ਕਾਨੂੰਨ ਇੰਨਾ ਕੁ ਢਿੱਲਾ ਹੈ। ਮੈਨੂੰ ਲੱਗਦਾ ਹੈ ਕਿ ਬੰਦਾ ਫੜਿਆ ਜਾਂਦਾ ਨਾਲ ਦੀ ਨਾਲ ਉਹਦੀ ਜ਼ਮਾਨਤ ਹੋ ਜਾਂਦੀ ਹੈ, ਫਿਰ ਆਪਦੇ ਧੰਦੇ ਤੇ ਲੱਗ ਜਾਂਦਾ ਹੈ, ਨਸ਼ਾ ਵੰਡਣ ਲੱਗ ਜਾਂਦਾ ਹੈ। ਕਾਨੂੰਨ ਵੀ ਕੋਈ ਬਹੁਤਾ ਸਖਤ ਨਹੀਂ ਹੈ ਜੀ। ਮੈਂ ਤੁਹਾਨੂੰ ਕਾਨੂੰਨ ਇੱਥੇ ਹੀ ਹੈ, ਤੁਹਾਨੂੰ ਇਸ ਦੀ ਉਦਾਹਰਨ ਦਿੰਦਾ ਨਤੀਸ਼ ਕੁਮਾਰ ਦੀ। ਜਦੋਂ ਨਤੀਸ਼ ਕੁਮਾਰ ਇਸ ਵਾਰ ਆਇਆ, ਨਤੀਸ਼ ਕੁਮਾਰ ਨੇ ਖੁੱਲ੍ਹਾ ਹੁਕਮ ਦੇਤਾ ਵੀ ਆਹ 50,000 ਬੰਦਾ ਜਿਹਨੇ ਸਾਰਾ ਬਿਹਾਰ ਤਪਾਇਆ ਹੋਇਆ, ਇਹਨੂੰ ਫੜ ਕੇ ਕਿਸੇ ਨਾ ਕਿਸੇ ਰੂਪ 'ਚ ਅੰਦਰ ਦੇ ਦਿਓ। ਜਦੋਂ ਜ਼ਮਾਨਤ ਹੋਵੇ ਨਾਲ ਦੀ ਨਾਲ ਇੱਕ ਪਰਚਾ ਹੋਰ ਦੇ ਦਿਓ। ਉਹਦੇ 'ਚੋਂ 50,000 ਦੇ ਵਿੱਚੋਂ 40 ਤੋਂ ਵੱਧ, 40,000 ਤੋਂ ਵੱਧ ਉਹ ਸੱਜਣ ਪਿਛਲੇ 7 ਸਾਲ ਤੋਂ ਜੇਲ੍ਹ 'ਚ ਹੀ ਬੈਠੇ ਨੇ ਤੇ ਉੱਥੇ ਕਾਬੂ ਪਾ ਲਿਆ ਗਿਆ ਜੀ। ਸੋ ਇਸ ਕਰਕੇ ਸਖਤ ਕਦਮ ਦੀ ਜ਼ਰੂਰਤ ਆ। ਭਾਰਤ ਦਾ ਕਾਨੂੰਨ ਤਾਂ ਹੈ ਹੀ ਮੋਮ ਦਾ ਜੀ। ਜਿਹੜਾ ਵੱਡੇ ਲੋਕ ਨੇ ਉਹ ਗਰਮ ਕਰਕੇ ਮਾੜਾ ਜਿਹਾ ਆਪਣੇ ਵਾਲੇ ਪਾਸੇ ਨੂੰ ਮਰੋੜ ਲੈਂਦੇ ਨੇ, ਇਹ ਛੋਟੇ ਨੂੰ ਸਖਤੀ ਦਿਖਾਈ ਜਾਂਦਾ ਹੈ ਜੀ। ਇਸ ਕਰਕੇ ਇਹਦੇ ਵਿੱਚ ਅਰਵਿੰਦਰ ਜੀ ਜਿਹੜਾ ਕਾਨੂੰਨ ਹੈ, ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਉਹਦੇ ਤੇ ਨਿਰਭਰ ਕਰਦਾ ਹੈ। ਅਸਲ ਦੇ ਵਿੱਚ ਜਿਹੜੇ ਸਿਆਸੀ ਲੋਕ ਹੈ ਉਹ ਨੌ ਪਾਈ ਬੈਠੇ ਨੇ,
ਉਹ ਜਨਤਾ ਨੂੰ ਕਹਿੰਦੇ ਨੇ ਉਹ ਭਾਈ ਮਿੱਤਰੋ ਆਹ 9 ਆ ਅੱਜ, ਉਹ ਕਹਿੰਦੇ 6 ਹੈ। ਜਦੋਂ ਤੱਕ 6 ਤੇ 9 ਦਾ ਅੰਤਰ ਨਹੀਂ ਮਿਟਦਾ ਉਦੋਂ ਤੱਕ ਇਹ ਸਾਰੀਆਂ ਸਮੱਸਿਆਵਾਂ ਇਸੇ ਤਰ੍ਹਾਂ ਰਹਿਣਗੀਆਂ ਜੀ। ਮੈਨੂੰ ਲੱਗਦਾ 9 ਤੇ 6 ਦੀ ਵੀ ਲੋੜ ਨਹੀਂ ਹੈ ਜੀ, ਉਹ ਇੱਕ ਹੀ ਦਿਖਾਈ ਜਾਂਦੇ ਨੇ। ਜਨਤਾ ਕਹਿੰਦੀ ਹੈ ਜੀ ਇੱਕ ਹੈ, ਇਹ ਕਹਿੰਦੇ ਹਾਂ ਅਸੀਂ ਇੱਕ ਹੈ। ਸੋ ਇੱਦਾਂ ਦਾ ਸਿਸਟਮ ਚੱਲਦਾ ਹੈ ਢਿੱਲੋਂ ਸਾਹਿਬ। ਅਤੇ ਇਸੇ ਹਫ਼ਤੇ ਯੂਕਰੇਨ ਦੇ ਉੱਤੇ ਰਸ਼ੀਆ ਨੇ ਹਮਲਾ ਕੀਤਾ ਆ, ਉਹਨੂੰ ਵੀ ਜ਼ਰੂਰ ਟੱਚ ਕਰ ਲਈਏ। ਅਤੇ ਉਸ ਤੋਂ ਬਾਅਦ ਇੱਕ ਹੋਰ ਖਬਰ ਪੰਜਾਬ ਦੀਆਂ ਔਰਤਾਂ ਦੇ ਬਾਰੇ ਅਸੀਂ ਸਾਂਝੀ ਕਰਾਂਗੇ। ਹਾਂਜੀ, ਯੂਕਰੇਨ ਦੇ ਵਿੱਚ ਇਸ ਵੇਲੇ ਚੌਥਾ ਦਿਨ ਹੋ ਗਿਆ। ਸ਼ੁਕਰ ਇਸ ਗੱਲ ਦਾ ਕਰੋ ਕਿ ਸਾਡੇ 219 ਭਾਰਤੀ ਨੌਜਵਾਨ ਉੱਥੋਂ ਵਾਪਸ ਆ ਗਏ। 2 ਜਹਾਜ਼ ਅੱਜ ਹੋਰ ਦਿੱਲੀ ਦੇ ਵਿੱਚ ਲੈਂਡ ਕਰ ਰਹੇ ਆ। ਵੱਖ-ਵੱਖ ਥਾਵਾਂ ਦੇ ਉੱਤੇ ਇਹ ਪ੍ਰਬੰਧ ਕੀਤੇ ਗਏ ਨੇ। ਔਰ ਜਿਹੜੀ ਅਰਵਿੰਦਰ ਜੀ ਆਪਣੇ ਚੰਡੀਗੜ੍ਹ ਮੁੱਖ ਸਕੱਤਰ ਦੇ ਦਫ਼ਤਰ ਦੇ ਵਿੱਚ ਇਸ ਸੰਬੰਧ ਦੇ ਵਿੱਚ ਇੱਕ ਹੈਲਪਲਾਈਨ ਨੰਬਰ, ਸਹਾਇਤਾ ਨੰਬਰ ਸ਼ੁਰੂ ਕੀਤਾ ਸੀ। ਉਹਦੇ ਵਿੱਚ ਯੂਕਰੇਨ ਤੋਂ ਹੁਣ ਤੱਕ 155 ਕਾਲਾਂ ਰਿਕਾਰਡ ਹੋ ਚੁੱਕੀਆਂ ਨੇ ਜੀ ਕਿ ਇਹਨਾਂ ਬੰਦਿਆਂ ਨੇ ਸੰਪਰਕ ਕੀਤੇ ਨੇ। ਭਾਵੇਂ ਪਿੰਡ ਹੋਣ, ਸ਼ਹਿਰ ਹੋਣ, ਤੁਸੀਂ ਦੇਖੋ ਕਿਵੇਂ ਦ੍ਰਿਸ਼ ਬਦਲ ਜਾਂਦਾ। ਜਿਹੜੇ ਹੁਣ ਤੱਕ ਸਾਰੇ ਪੰਜਾਬ ਦੇ ਵਿੱਚ ਵੋਟਾਂ ਚੱਲੀ ਜਾਂਦੀਆਂ ਸੀ, ਉਹ ਕਿਧਰੇ ਅੱਜ ਖਬਰੇ ਨਹੀਂ ਜੀ। ਸਾਰੇ ਪਾਸੇ ਜਿੱਥੇ ਦੇਖੋ ਬੰਦੇ ਲੱਗੇ ਹੋਏ ਨੇ। ਆਪਣੇ ਮਿੱਤਰ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਨੇ ਡਾਕਟਰ ਹਰੀਸ਼ ਬਾਤਿਸ਼, ਉਹਨਾਂ ਦਾ ਬੇਟਾ ਵੀ ਉੱਥੇ ਅਰਜਨ ਬਾਤਿਸ਼ ਯੂਕਰੇਨ ਦੇ ਵਿੱਚ ਬੈਠਾ। ਮੈਂ ਆਪਣੇ ਰਿਪੋਰਟਰਾਂ ਨੂੰ ਨੰਬਰ ਵੀ ਦਿੱਤਾ ਸੀ ਵੀ ਸੰਪਰਕ ਕਰਕੇ ਗੱਲ ਹੀ ਕਰ ਲਓ। ਸੋ ਸਾਰਿਆਂ ਥਾਵਾਂ ਦੇ ਵਿੱਚੋਂ, ਸੰਗਰੂਰ ਤੋਂ, ਬਠਿੰਡੇ ਤੋਂ, ਜਲੰਧਰ ਤੋਂ, ਅੰਮ੍ਰਿਤਸਰ ਤੋਂ, ਪਟਿਆਲੇ ਤੋਂ, ਫਤਿਹਗੜ੍ਹ ਸਾਹਿਬ ਤੋਂ ਬਹੁਤ ਸਾਰੇ ਲੋਕ ਉੱਥੇ ਨੇ। ਕਾਰਨ ਕਿ 3 ਲੱਖ ਦੇ ਵਿੱਚ ਉੱਥੇ ਡਾਕਟਰੀ ਸਾਲ 'ਚ ਹੁੰਦੀ ਹੈ, ਇੱਥੇ 11 ਲੱਖ 'ਚ ਹੁੰਦੀ ਹੈ। ਇਹ ਬਹੁਤ ਵੱਡਾ ਕੌਮੀ ਆਗੂਆਂ ਤੇ ਰਾਜ ਦੇ ਆਗੂਆਂ ਤੇ ਕਲੰਕ ਹੈ ਕਿ ਤੁਸੀਂ ਉੱਥੇ ਜਾ ਕੇ ਉੱਥੋਂ ਉਹ ਕਰਕੇ ਆ ਜਾਂਦੇ ਨੇ। ਵੱਧ ਤੋਂ ਵੱਧ ਬੰਦਾ ਪ੍ਰਾਈਵੇਟ ਤੋਰ ਲੈਂਦਾ ਵੀ ਹੋਰ ਤਾਂ ਕੁਝ ਨਹੀਂ ਹੈਗਾ, ਸਰਕਾਰੀ ਵਾਲਿਆਂ ਤਾਂ ਨਹੀਂ ਦੇਣਾ, ਚਲੋ ਪ੍ਰਾਈਵੇਟ ਹੀ ਕਰ ਲਓ। ਸੋ ਇੱਥੇ 11 ਲੱਖ 'ਚ ਆ, ਉੱਥੇ 3 ਲੱਖ ਦੇ ਵਿੱਚ ਆ। ਅਤੇ ਲੋਕ ਜਾਣ ਕਿੱਥੇ ਜਦੋਂ ਤੱਕ ਉਹਨਾਂ ਦਾ, ਮੇਰੇ ਹਿਸਾਬ ਨਾਲ ਜਿਹੜਾ ਕਰਨਾਟਕਾ ਦੇ ਵਿੱਚ ਰਾਜ ਸ਼ੇਖਰ ਰੈਡੀ ਨੇ ਸਵੈ ਰੁਜ਼ਗਾਰ ਦਾ ਕੰਮ ਸ਼ੁਰੂ ਕੀਤਾ ਸੀ ਲੋਕਾਂ ਦੀ ਹੈਲਪ ਕਰਕੇ, ਉਹ ਕਨਸੈਪਟ 'ਤੇ ਜਾਣਾ ਪਵੇਗਾ। ਇਹ ਸਰਕਾਰਾਂ ਅੱਜ ਚੱਲ ਜਾਣ, ਕੱਲ੍ਹ ਚੱਲ ਜਾਣ, ਲੇਕਿਨ ਲਾਲ ਫੀਤਾ ਸ਼ਾਹੀ ਦੀ ਜਿਹੜੀ ਉਹਦੇ ਵਿੱਚ ਇਨਵੋਲਵਮੈਂਟ ਹੈ ਉਹਨੂੰ ਪਾਸੇ ਕਰ ਦੇਣ ਜੀ। ਅਤੇ ਪੰਜਾਬ ਦੇ ਲਈ ਇੱਕ ਗੰਭੀਰ ਚਿੰਤਾ ਹੈ ਕਿ ਸਾਡੀਆਂ ਭੈਣਾਂ 75% ਔਰਤਾਂ ਐਨੀਮੀਆ ਦੀਆਂ ਸ਼ਿਕਾਰ ਹੋ ਰਹੀਆਂ ਨੇ। ਇੱਕ ਸਰਚ ਹੋਈ ਹੈ ਜੀ, ਅਤੇ 85% ਔਰਤਾਂ ਕੁਪੋਸ਼ਣ ਦਾ ਸ਼ਿਕਾਰ ਨੇ। ਇਹ ਬਹੁਤ ਵੱਡਾ ਸਾਡੇ ਮੱਥੇ 'ਤੇ ਕਲੰਕ ਹੈਗਾ। ਕੋਈ ਸਮਾਂ ਹੁੰਦਾ ਸੀ, ਕਵਿਤਾਵਾਂ ਲਿਖੀਆਂ ਜਾਂਦੀਆਂ ਸੀ ਪੰਜਾਬ ਵਾਸਤੇ, ਮੈਂ ਪੰਜਾਬ ਦੀ ਮੁਟਿਆਰ, ਮੇਰਾ ਜੁੱਸਾ, ਮੇਰਾ ਸਾਰਾ, ਮੇਰੀਆਂ ਗੋਲ ਗੋਲ ਬਾਹਾਂ ਲੱਸੀ ਰਿੜਕ ਬਣੀਆਂ। ਉਦੋਂ ਮਧਾਣੀ ਸਾਡੀਆਂ ਮਾਤਾਵਾਂ ਭੈਣਾਂ ਸਵੇਰੇ ਆਪ ਰਿੜਕਦੀਆਂ ਸੀ, ਹੁਣ ਤਾਂ ਮਸ਼ੀਨੀ ਯੁੱਗ ਬਣ ਗਿਆ। ਸੋ ਉਹ ਜੇ 75% ਖੂਨ ਦੀ ਕਮੀ, 85% ਕੁਪੋਸ਼ਣ ਦਾ ਸਰਕਾਰ ਨੇ ਉਹਨਾਂ ਨੂੰ ਪ੍ਰੋਪਰ ਖੁਰਾਕ ਨਹੀਂ ਮਿਲਦੀ, ਬਹੁਤ ਵੱਡਾ 85% ਇਸ ਪਾਸੇ ਚੱਲ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ। ਅਸੀਂ ਕਹਿੰਦੇ ਕਮਜ਼ੋਰ ਪੰਜਾਬ ਦਾ ਇੱਕ ਉਦਾਹਰਨ ਹੈ, ਕਮਜ਼ੋਰ ਪੰਜਾਬ ਦੀ ਉਦਾਹਰਨ ਹੈ ਜੀ, ਉਦਾਹਰਨ ਹੈ। ਨਾਲ ਹੀ ਇੱਕ ਹੋਰ ਲਿਖਿਆ, ਇਹ 2 ਬਿਮਾਰੀਆਂ ਕਰਕੇ ਖੂਨ ਦੀ ਕਮੀ ਤੇ ਖੁਰਾਕ ਦੇ ਪੱਖੋਂ ਕੁਪੋਸ਼ਣ ਕਰਕੇ 1.25 ਲੱਖ ਸਾਡੀਆਂ ਭੈਣਾਂ, ਔਰਤਾਂ ਜਨੇਪੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਇੱਕ ਅਖਬਾਰ ਨੇ ਖੋਜ ਕੀਤੀ ਹੈ ਤੇ ਬੜੀ ਸਾਡੇ ਵਾਸਤੇ ਚੁਣੌਤੀ ਵਾਲੀ ਗੱਲ ਹੈਗੀ ਹੈ, ਬਹੁਤ ਮੰਦਭਾਗੀ ਹੈ। ਜਿਹੜੇ ਸਟੇਜਾਂ 'ਤੇ ਖੜ੍ਹ ਕੇ ਬੜੇ ਵੱਡੇ ਭਾਸ਼ਣ ਦਿੰਦੇ ਨੇ ਆਏ ਰਾਜਸੀ ਲੋਕ, ਤੇ ਜਿਹੜੇ ਸੰਬੰਧਿਤ ਮਹਿਕਮੇ ਨਾਲ ਨੇ, ਉਹਨਾਂ ਦੀ ਥਾਂ ਦੇ ਉੱਤੇ ਜਦੋਂ ਤੱਕ ਜ਼ਮੀਨੀ ਹਕੀਕਤਾਂ ਦੇ ਵਿੱਚ ਜਾ ਕੇ ਨਹੀਂ ਦੇਖਾਂਗੇ, ਉਦੋਂ ਤੱਕ ਜਿਹੜੀਆਂ ਇਹ ਅਲਾਮਤਾਂ ਨੇ ਇਹ ਸਾਡੇ ਨਾਲ ਜੁੜੀਆਂ। ਘੱਟੋ ਘੱਟ ਪੰਜਾਬ ਦੇ ਵਿੱਚ ਖੁਰਾਕ ਵਾਲਾ ਪਾਸਾ ਤਾਂ ਨਹੀਂ ਸੀ ਨਾ ਕਿਸੇ ਦੇ ਜੀ ਨੇੜੇ ਤੇੜੇ ਦੀ ਲੰਘਦਾ। ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ, ਕਦੇ ਕਿਸੇ ਨੂੰ ਸ਼ੂਗਰ, ਕਦੇ ਕਿਸੇ ਨੂੰ ਦਿਲ ਦਾ ਰੋਗ, ਸਾਹ ਦੀ ਬਿਮਾਰੀ, ਲਕਵਾ, ਇਹ ਸਾਰਾ ਕੁਝ ਕਦੇ ਦੇਖਿਆ ਤਾਂ ਨਹੀਂ ਸੀ। ਇਹ ਅਲਾਮਤਾਂ ਜਿਹੜੀਆਂ ਸਾਡੇ ਕੋਲ ਪੈਦਾ ਹੋਈਆਂ ਨੇ ਕਿਉਂਕਿ ਅਸੀਂ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜੇ ਉਹਦੇ 'ਤੇ ਪਹਿਰਾ ਦਿੱਤਾ ਹੁੰਦਾ, ਆ ਘੱਟੋ ਘੱਟ ਅਲਾਮਤਾਂ ਅੱਜ ਸਾਡੇ ਸਿਰ 'ਤੇ ਨਾ ਪੈਂਦੀਆਂ। ਬਹੁਤ ਹੀ ਚਿੰਤਾਜਨਕ ਸਥਿਤੀ ਹੈ ਜੀ। ਸੋ ਸਾਰੀਆਂ ਸਰਕਾਰਾਂ ਨੂੰ, ਸਾਰੇ NGOs ਨੂੰ ਇਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਤੇ ਢਿੱਲੋਂ ਸਾਹਿਬ, ਭਾਖੜਾ ਦਾ ਮਾਮਲਾ ਜੇ ਨਹੀਂ ਚੱਕਦੇ ਤਾਂ ਸ਼ਾਇਦ ਪ੍ਰੋਗਰਾਮ ਅਧੂਰਾ ਰਹਿ ਜਾਏਗਾ, ਕਿਉਂਕਿ ਇੱਕੋ ਹੀ ਮਾਮਲਾ ਹੈ ਇਸ ਹਫ਼ਤੇ ਦਾ ਜਿਹਦੇ 'ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਚੁੱਕੀਆਂ ਨੇ।
ਅਰਵਿੰਦਰ ਜੀ, ਵੇਲੇ ਦੇ ਰਾਹ ਕਵੇਲੇ ਦੀਆਂ ਟੱਕਰਾਂ। ਜੇ ਵੇਲੇ ਸਿਰ ਇਹ ਸਰਕਾਰਾਂ ਜਾਗੀਆਂ ਹੁੰਦੀਆਂ, ਭਾਵੇਂ ਉਹ ਅਕਾਲੀ ਦਲ ਭਾਜਪਾ ਦੀ ਸੀ, ਕਾਂਗਰਸ ਦੀ ਸੀ, ਇਹ ਸਥਿਤੀ ਨਾ ਹੁੰਦੀ। ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਭਾਖੜਾ ਦੇ ਵਿੱਚ ਜੋ ਪੰਜਾਬ ਨੂੰ 55%, ਹਰਿਆਣੇ ਨੂੰ 45% ਮਿਲਿਆ ਸੀ, 5-6 ਵਾਰ ਤਾਂ ਇਹ ਇਸ਼ੂ ਮੈਂ ਠਾਇਆ, ਪਹਿਲੇ ਸਫ਼ੇ ਤੇ ਲਿਖ ਕੇ ਇਹਦਾ ਦੇ ਕੰਨ ਤੇ ਚੂਣੀ ਸਰਕੀ ਕਿ ਸਾਡੇ ਜਿਹੜੇ ਡੈਪੂਟੇਸ਼ਨ ਤੇ ਬਿਜਲੀ ਬੋਰਡ 'ਚੋਂ ਇੰਜੀਨੀਅਰ ਜਾਣ, ਕਰਮਚਾਰੀ ਜਾਣ, ਉਹ ਗਏ ਨਹੀਂ। ਕਿੱਡੀ ਕੁ ਦੂਰ ਆ ਭਾਖੜਾ ਡੈਮ? ਭਾਖੜਾ ਦਾ ਦਫ਼ਤਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੰਡੀਗੜ੍ਹ 'ਚ ਵੀ ਹੈ, ਉੱਥੇ ਅਸੀਂ ਨਹੀਂ ਭੇਜੇ। ਕਈ ਵਾਰ ਉਹਨਾਂ ਨੇ 3-4 ਵਾਰੀ ਐਡਵਰਟਾਈਜ਼ਮੈਂਟ ਕੀਤੀਆਂ, ਜਦੋਂ ਨਾ ਆਏ ਤਾਂ ਉਹਨਾਂ ਨੂੰ ਹਰਿਆਣੇ 'ਚ ਲਾਉਣੇ ਪੈ ਗਏ। ਇਹ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ। ਇਹਨਾਂ ਨੇ ਉਦੋਂ ਜਾਗੇ ਨਹੀਂ ਜਦੋਂ ਸਾਰਾ ਕੁਝ ਗਵਾ ਲਿਆ, ਹੁਣ ਇਹ ਚੱਲੇ ਨੇ। ਹੁਣ ਜਾਖੜ ਸਾਹਿਬ ਵੀ, ਮੁੱਖ ਮੰਤਰੀ ਸਾਹਿਬ ਨੇ ਵੀ ਪ੍ਰਧਾਨ ਮੰਤਰੀ ਨੂੰ ਲਿਖਿਆ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੋਲੇ ਨੇ, ਭਗਵੰਤ ਸਿੰਘ ਮਾਨ ਵੀ ਬੋਲੇ ਨੇ, ਭਾਰਤੀ ਜਨਤਾ ਪਾਰਟੀ ਦੀ ਵੀ ਦਬਵੀਂ ਆਵਾਜ਼ ਦੇ ਵਿੱਚ ਕਈ ਸੱਜਣ ਬੋਲ ਰਹੇ ਨੇ ਕਿ ਹਾਂ ਅਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗੇ। ਇਹ 10 ਤਰੀਕ ਨੂੰ ਸਰਕਾਰ ਕਿਹਦੀ ਬੰਨੀ ਆ ਮੈਨੂੰ ਪਤਾ ਨਹੀਂ, ਪਰ ਜਿਹੜਾ ਇਹ ਇਸ਼ੂ ਭਾਖੜਾ ਵਾਲਾ ਉੱਠ ਖੜਿਆ, ਇਹ ਬਹੁਤ ਵੱਡਾ ਇਸ਼ੂ ਆ। ਇਹਦੇ ਤੇ ਸਾਡੇ ਲੋਕ ਸੰਜੀਦਾ ਨਹੀਂ ਰਹੇ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਸੰਜੀਦਗੀ ਦੇ ਨਾਲ ਉੱਥੇ ਜਾ ਕੇ ਲਓ। ਇਸੇ ਤਰ੍ਹਾਂ ਜਿਹੜਾ ਚੰਡੀਗੜ੍ਹ ਤੋਂ ਅਸੀਂ ਖੜਾ ਛੱਡਦੇ ਜਾ ਰਹੇ ਹਾਂ, ਹੌਲੀ ਹੌਲੀ ਕਰਕੇ ਆਪਣੇ ਦਫ਼ਤਰ ਬਾਹਰ ਕੱਢ ਲਏ। ਅਸੀਂ ਤਾਂ ਆਪਣਾ ਆਪੇ ਕਰਤਾ। ਜਿਨ੍ਹਾਂ ਲੋਕਾਂ ਨੇ 1973 'ਚ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਚੰਡੀਗੜ੍ਹ ਦੀ ਮੰਗ ਕੀਤੀ ਸੀ, ਖੇਤਰੀ ਪਾਰਟੀ ਖੜਨੀ ਚਾਹੀਦੀ ਹੈ, ਸਟੇਟ ਦਾ ਤਾਂ ਫਾਇਦਾ, ਪਰ ਜੇ ਖੇਤਰੀ ਪਾਰਟੀ ਆਪਣੇ ਸਿਧਾਂਤ ਛੱਡ ਕੇ ਇੱਥੋਂ ਤੱਕ ਕਿ ਜਿਹੜਾ 100 ਸਾਲਾ ਇਤਿਹਾਸ 1996 'ਚ ਛੱਡਤਾ, ਇਸ ਤਾਂ ਪੰਜਾਬੀ ਪਾਰਟੀਆਂ। ਇਸੇ ਕਰਕੇ ਤਾਂ 94 ਸਾਲ ਦੇ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਬਾਦਲ ਨੂੰ ਦੂਰੇ ਸੰਵਿਧਾਨ ਦੇ ਵਿੱਚ ਪਰਸੋਂ ਜਾ ਕੇ ਹੁਸ਼ਿਆਰਪੁਰ ਦੀ ਅਦਾਲਤ ਤੋਂ ਜ਼ਮਾਨਤ ਲੈਣੀ ਪਈ। ਜੀ ਬਿਲਕੁਲ, ਇਹ ਵੀ ਵੱਡੀ ਖਬਰ ਸੀ ਇਸ ਹਫ਼ਤੇ ਦੀ। ਅਤੇ ਇਸ ਦੇ ਨਾਲ ਹੀ ਢਿੱਲੋਂ ਸਾਹਿਬ, ਅਖੀਰਲੀ ਖਬਰ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਬਿਜਲੀ ਗੁੱਲ ਹੋ ਗਈ ਸੀ ਜੀ। ਹਾਂਜੀ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ। ਚੰਡੀਗੜ੍ਹ ਦਾ ਜਿਹੜਾ ਮੁੱਖ ਪ੍ਰਸ਼ਾਸਕ ਰਾਜਪਾਲ ਹੈ ਬਨਵਾਰੀ ਲਾਲ ਪੁਰੋਹਿਤ, ਕੇਂਦਰ ਦੇ ਸਿੱਧਾ ਅੰਡਰ ਹੈ। ਮੁਲਾਜ਼ਮ ਜਥੇਬੰਦੀਆਂ ਨੇ 3 ਦਿਨ ਦੀ ਹੜਤਾਲ ਕੀਤੀ ਤੇ ਉੱਥੇ ਬਿਜਲੀ ਗੁੱਲ ਹੋ ਗਈ। ਅਖੀਰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੂੰ ਆਪਣੇ ਆਪ ਇਹਦਾ ਨੋਟਿਸ ਲੈਣਾ ਪਿਆ। ਨੋਟਿਸ ਲਿਆ, ਗੱਲਬਾਤ ਕੀਤੀ। ਮੁਲਾਜ਼ਮ ਜਥੇਬੰਦੀਆਂ ਦਾ ਤਰਕ ਬਹੁਤ ਵੱਡਾ ਹੈ। ਉਹ ਕਹਿੰਦੇ ਵੀ ਜਿਹੜੀ 2.5 ਰੁਪਏ ਤੇ 4 ਰੁਪਏ ਬਿਜਲੀ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ, ਜਿੱਦਣ ਐਮੀਨੈਂਟ ਨਾਂ ਦੀ ਕੰਪਨੀ ਨੂੰ ਇਹ ਦੇ ਦਿੱਤੀ, ਉਧਰ ਇਹ 4.5 ਰੁਪਏ ਤੇ 9 ਰੁਪਏ ਹੋ ਜੂਗੀ। ਮੌਜੂਦਾ ਢਾਂਚੇ ਦੇ ਵਿੱਚ 365 ਕਰੋੜ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਚੰਡੀਗੜ੍ਹ ਦਾ ਬਿਜਲੀ ਬੋਰਡ। ਵੀ ਜਿਹੜੀ ਚੀਜ਼ ਪਹਿਲਾਂ ਹੀ ਲਾਭ ਦੇ ਵਿੱਚ ਚੱਲ ਰਹੀ ਆ, ਘੱਟ ਦਰਾਂ ਵਸੂਲ ਕੇ ਉਹਦਾ ਭੱਠਾ ਜ਼ਰੂਰ ਵਹਾਉਣਾ। ਤੇ ਫਿਰ ਲੋਕ ਕਹਿੰਦੇ ਤਾਂ ਹੈ ਕਿ ਮੋਦੀ ਸਾਹਿਬ ਨੂੰ 4 ਕਾਰਪੋਰੇਟ ਸਿਆਣੇ ਨੇ, ਉਹਨਾਂ ਦਾ ਹੀ ਬਾਰ-ਬਾਰ ਉਹਨਾਂ ਨੂੰ ਖਿਆਲ ਹੈ ਕਿ ਕਿਸ ਤਰੀਕੇ ਦੇ ਨਾਲ ਕਰਨਾ। ਇਸ ਕਰਕੇ ਕੁਝ ਮੁਲਾਜ਼ਮਾਂ ਦੇ ਉੱਤੇ ਛੰਟੀ ਹੋ ਗਈ ਹੈ, ਕੁਝ ਤੇ ਹੋਰ ਤਲਵਾਰ ਲੱਗਦੀ ਹੈ। 150 ਦੇ ਕਰੀਬ ਦੇ ਉੱਤੇ ਕੇਸ ਅਣਪਛਾਤਿਆਂ ਕਰਕੇ ਦਰਜ ਕਰ ਦਿੱਤਾ ਗਿਆ। ਇੱਕ ਸਮਝੌਤਾ ਉਹਨਾਂ ਦੀਆਂ ਜਥੇਬੰਦੀਆਂ ਨਾਲ ਬਹਿ ਕੇ ਹੋਇਆ ਜ਼ਰੂਰ ਸੀ ਕਿ ਆਪਾਂ ਇਹਨੂੰ ਨਿੱਜੀਕਰਨ ਤੋਂ ਪਹਿਲਾਂ ਤੁਹਾਡੇ ਨਾਲ ਬੈਠ ਕੇ ਰਾਏ ਮਸ਼ਵਰਾ ਕਰਾਂਗੇ ਜੀ। ਸੋ ਦਰਸ਼ਕੋ, ਇਹ ਸੀ ਇਸ ਹਫ਼ਤੇ ਦੀਆਂ ਮੁੱਖ ਸੁਰਖੀਆਂ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਗਈ ਹੈ। ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ D5 ਚੈਨਲ ਦੇ ਪਰਿਵਾਰ ਦੇ ਵਿੱਚ ਵਾਧਾ ਕਰਿਓ। ਵਾਧਾ ਤੁਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ, ਲਾਈਕ ਕਰਕੇ, ਫੋਲੋ ਕਰਕੇ ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟਸ ਦੇ ਕੇ ਕਰ ਸਕਦੇ ਹੋ। D5 ਚੈਨਲ ਪੰਜਾਬੀ ਦੀ ਐਪ ਐਂਡਰੋਇਡ ਅਤੇ iOS 'ਤੇ ਵੀ ਅਵੇਲੇਬਲ ਹੈ। ਅਤੇ ਤੁਸੀਂ ਢਿੱਲੋਂ ਸਾਹਿਬ ਦੇ ਨਾਲ ਹੋਰ ਕਈ ਰਾਈਟਰਾਂ ਦੇ ਲੇਖ ਉਹਦੇ 'ਤੇ ਪੜ੍ਹ ਸਕਦੇ ਹੋ ਅਤੇ ਤਾਜ਼ੀਆਂ ਖਬਰਾਂ ਦੇਖ ਸਕਦੇ ਹੋ, ਚਾਹੇ ਉਹ ਅੰਗਰੇਜ਼ੀ, ਹਿੰਦੀ ਜਾਂ ਪੰਜਾਬੀ 'ਚ। ਤਿੰਨੇ ਵਰਸ਼ਨ ਦੇ ਵਿੱਚ ਸਾਡੀ ਵੈਬਸਾਈਟ ਅਵੇਲੇਬਲ ਆ। ਅਤੇ ਨਾਲ ਹੀ IPTV ਵੀ ਤੁਸੀਂ ਵੈਬਸਾਈਟ ਤੋਂ ਦੇਖ ਸਕਦੇ ਹੋ, ਯਾਨੀ ਕਿ 24 ਘੰਟੇ ਦੇ ਨਿਊਜ਼ ਨਾਲ ਰਿਲੇਟਡ ਪ੍ਰੋਗਰਾਮ ਪਲੱਸ ਮਨੋਰੰਜਨ ਨਾਲ ਜੁੜੇ ਹੋਏ ਪ੍ਰੋਗਰਾਮ ਤੁਹਾਡੇ ਘਰਾਂ ਤੱਕ ਪਹੁੰਚਾਉਣ ਦੀ ਅਸੀਂ ਬਾਖੂਬੀ ਕੋਸ਼ਿਸ਼ ਕਰ ਰਹੇ ਹਾਂ। ਸਰਦਾਰ ਜਸਪਾਲ ਸਿੰਘ ਢਿੱਲੋਂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।